ਅੱਜ ਅਸੀਂ ਇੱਕ ਬਹੁਤ ਮਹੱਤਵਪੂਰਨ ਟੌਪਿਕ, ਵੈਸੇ ਤਾਂ ਡੇਲੀ ਵਾਲਾ ਟੌਪਿਕ ਮਹੱਤਵਪੂਰਨ ਹੁੰਦਾ ਜੀ। ਸੰਵਿਧਾਨਿਕ ਅਦਾਰੇ, ਕੌਂਸਟੀਟਿਊਸ਼ਨਲ ਬੋਡੀਜ਼ ਬਹੁਤ ਸਾਰੀਆਂ ਨੇ, ਇੱਕ ਲੈਕਚਰ 'ਚ ਕਵਰ ਨਹੀਂ ਹੋਣੀਆਂ। ਅੱਧਾ ਅੱਜ, ਅੱਧਾ ਕੱਲ੍ਹ ਨੂੰ। ਅੱਜ ਜਿਹੜੀਆਂ ਬੋਡੀਜ਼ ਮੈਂ ਕਰਾ ਰਿਹਾ ਉਹ ਥੋੜ੍ਹੀਆਂ ਵੱਡੀਆਂ ਨੇ, ਕੱਲ੍ਹ ਵਾਲੀਆਂ ਛੋਟੀਆਂ ਹੋਣਗੀਆਂ, ਕੱਲ੍ਹ ਜ਼ਿਆਦਾ ਕਵਰ ਹੋ ਜਾਣਗੀਆਂ, ਅੱਜ 2 ਜਾਂ 3 ਕਵਰ ਹੋਣਗੀਆਂ, ਠੀਕ ਹੈ। ਸੰਵਿਧਾਨਿਕ ਅਦਾਰੇ ਉਹ ਅਦਾਰੇ ਜਿਨ੍ਹਾਂ ਬਾਰੇ ਸੰਵਿਧਾਨ 'ਚ ਲਿਖਿਆ ਹੋਇਆ। ਇਹ ਤੋਂ ਇਲਾਵਾ ਹੋਰ ਵੀ ਕਈ ਅਦਾਰੇ ਨੇ ਜਿਹਨੂੰ ਆਪਾਂ ਗੈਰ ਸੰਵਿਧਾਨਿਕ ਅਦਾਰੇ ਕਹਿੰਦੇ ਹਾਂ, ਜਿਵੇਂ ਨੈਸ਼ਨਲ ਕਮਿਸ਼ਨ ਫॉर ਵੂਮਨ ਹੈ, ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਹੈ, ਸੈਂਟਰਲ ਬਿਊਰੋ ਆਫ CBI ਹੈ, ਲੋਕਪਾਲ ਹੈ। ਇਹਨਾਂ ਤੋਂ ਕੋਈ ਐਕਟ ਨਹੀਂ ਹੈਗਾ ਸੰਵਿਧਾਨ 'ਚ। ਨੀਤੀ ਆਯੋਗ ਹੈ, ਉਹ ਤੋਂ ਹੀ ਮੰਨ ਲਓ ਉਹਨਾਂ ਨੇ ਬਣਾ ਲਿਆ ਕਾਨੂੰਨ ਪਾਸ ਕਰਕੇ, ਜਾਂ ਮੰਤਰੀ ਮੰਡਲ ਨੇ ਇੱਕ ਰੈਜ਼ੋਲੂਸ਼ਨ ਲੈ ਕੇ ਇੱਕ ਬਣਾ ਲਿਆ, ਉਹ ਗੈਰ ਸੰਵਿਧਾਨਿਕ ਹੁੰਦੇ ਨੇ। ਆਹ ਜਿਹੜੇ ਅਦਾਰੇ ਨੇ ਅਸੰਵਿਧਾਨਿਕ ਅਦਾਰੇ ਨੇ। ਜ਼ਿਆਦਾ ਕੁਐਸਚਨ ਆਉਣ ਦੀ ਉਮੀਦ 'ਚ ਇਹਦੇ 'ਚੋਂ ਹੈ। ਮੈਂ ਉਹ 'ਚੋਂ ਵੀ ਕੁਐਸਚਨ ਆ ਸਕਦਾ, ਉਹ ਵੀ ਪੜ੍ਹਾਂਗੇ ਆਪਾਂ। 2 ਦਿਨ ਉਹ 'ਤੇ ਲੱਗਣਗੇ, ਠੀਕ ਹੈ ਨਾ, 2 ਦਿਨ ਇਹ 'ਤੇ ਲੱਗਣਗੇ। ਇਲੈਕਸ਼ਨ ਕਮਿਸ਼ਨ, यूनियन पब्लिक सर्विस कमीशन, कोऑपरेटिव सोसाइटी, फाइनांस कमीशन, स्टेट पब्लिक सर्विस कमीशन जिवें UPSC होंदा उवें SPSC होंदा, नैशनल कमीशन फॉर SC, नैशनल कमीशन फॉर ST, एक होंदा नैशनल कमीशन ऑन लिंग्विस्टिक माइनॉरिटी, एक स्पैशल दफ्तर होंदा जिहड़ियां भाषा के आधार पर अल्पसंख्यक लोग ने उन्हां दी प्रोटैक्शन वास्ते एक स्पैशल दफ्तर है, ठीक है जी। कैग, कंपट्रोलर एंड ऑडिटर जनरल, भारत का अटॉर्नी जनरल AGI, ਅਤੇ ਜੇ ਹੋ ਗਿਆ ਤਾਂ ਬਹੁਤ ਅੱਛੀ ਗੱਲ ਹੈ, ਦੁਬਾਰਾ ਇੱਕ ਵਾਰੀ ਇਹਨੂੰ ਕਰ ਲਾਂਗੇ। ਐਡਵੋਕੇਟ ਜਨਰਲ ਆਫ ਸਟੇਟ। ਆਹ ਸੰਵਿਧਾਨਿਕ ਅਦਾਰੇ ਨੇ, ਸਾਡੇ ਸੰਵਿਧਾਨ 'ਚ ਇਹਨਾਂ ਬਾਰੇ ਜਾਣਕਾਰੀ ਦਿੱਤੀ ਹੋਈ ਹੈ। ਸਭ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਹਾਂ ਕਰਾਦਾ ਸੀਗਾ, ਦੁਬਾਰਾ ਕਰਾ ਦਾਂਗੇ, ਕੋਈ ਗੱਲ ਨਹੀਂ। ਚੋਣ ਆਯੋਗ, ਠੀਕ ਹੈ ਜੀ। ਸਾਡੇ ਦੇਸ਼, ਜਿਹੜਾ ਸਾਡਾ ਦੇਸ਼ ਹੈ ਉਹ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ। ਪੋਪੂਲੇਸ਼ਨ ਤਾਂ ਚਾਈਨਾ 'ਚ ਵੱਧ ਹੈ, ਪਰ ਚਾਈਨਾ ਦੇ ਵਿੱਚ ਲੋਕਾਂ ਨਾਲ ਧੱਕੇਸ਼ਾਹੀ ਬਹੁਤ ਹੁੰਦੀ ਹੈ, ਠੀਕ ਹੈ ਨਾ। ਚਾਈਨਾ ਦੀ ਸਰਕਾਰ ਕਮਿਊਨਿਸਟ ਸਰਕਾਰ ਹੈ, ਠੀਕ ਹੈ ਨਾ, ਅਤੇ ਉਹ ਹਰੇਕ ਨੂੰ ਵੋਟ ਪਾਉਣ ਦੇ ਅਧਿਕਾਰ ਨਹੀਂ ਦਿੰਦੇ। ਸਾਡਾ ਦੇਸ਼, ਮੈਂ ਤਾਂ ਸਮਝਦਾ ਦੁਨੀਆ ਸਭ ਤੋਂ ਮਹਾਨ ਦੇਸ਼ ਹੈ। ਮੈਂ ਤਾਂ ਕਹੂੰਗਾ ਇਹ ਗੱਲ, ਮੈਨੂੰ ਇਹ ਚੀਜ਼ ਐਡਮਿਟ ਕਰਨ 'ਚ ਕੋਈ ਆਪੱਤੀ ਨਹੀਂ, ਕਿਉਂਕਿ ਸਾਡੇ ਦੇਸ਼ ਦਾ ਇੱਕ, ਪਹਿਲੀ ਗੱਲ ਤਾਂ ਅਸੀਂ ਕੋਈ ਇੱਕ ਪਾਰਟੀਕੂਲਰ ਧਰਮ ਨਹੀਂ ਹੈਗਾ ਸਾਡੇ ਦੇਸ਼ ਦਾ, ਕੋਈ ਸਾਰਿਆਂ ਵਾਸਤੇ ਬਰਾਬਰ ਹੈ। ਮਤਲਬ ਹਰ ਬੰਦੇ ਨੂੰ ਕੋਈ ਵੀ ਧਰਮ, ਹਰ ਮੌਲਿਕ ਅਧਿਕਾਰ ਮਿਲੇ ਹੋਏ ਨੇ। ਜਿਹਨੇ ਮੌਲਿਕ ਅਧਿਕਾਰ ਸਾਡੇ ਦੇਸ਼ 'ਚ ਮਿਲੇ ਹੋਏ ਨੇ, ਸ਼ਾਇਦ ਹੀ ਕਿਸੇ ਹੋਰ ਦੇਸ਼ 'ਚ ਮਿਲੇ ਹੋਣ ਕਿਸੇ ਨੂੰ। ਹਾਂ, ਉਹਨਾਂ ਦੀ ਇਨਫੋਰਸਮੈਂਟ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ ਬਾਅਦ ਦੀ ਗੱਲ ਹੈ, ਕਿਉਂਕਿ ਸਾਡੀ ਮਸ਼ੀਨਰੀ ਇੰਨੀ ਵਧੀਆ ਨਹੀਂ ਹੈਗੀ, ਹਜੇ ਸਮਾਂ ਲੱਗੂਗਾ। 73-74 ਸਾਲ ਹੋਏ ਨੇ ਹਜੇ ਆਜ਼ਾਦੀ ਮਿਲੀ ਨੂੰ, ਕੋਈ ਗੱਲ ਨਹੀਂ। ਆਪਣੇ ਆਪ ਦਾ ਕੰਪੈਰੀਜ਼ਨ ਆਪਾਂ ਕਰਦੇ ਤਾਂ ਹੈਗੇ ਅਮਰੀਕਾ ਅਤੇ ਇੰਗਲੈਂਡ ਵਰਗੇ ਦੇਸ਼ ਨਾਲ, ਪਰ ਕਰਨਾ ਵੀ ਉਹਨਾਂ ਨਾਲ ਚਾਹੀਦਾ। ਉਹ ਮੂਰਖ ਨੇ ਜਿਹੜੇ ਆਪਣਾ ਕੰਪੈਰੀਜ਼ਨ ਪਾਕਿਸਤਾਨ ਕਰਨਗੇ, ਕਹਿਣਗੇ ਦੇਖੋ ਪਾਕਿਸਤਾਨ ਦਾ ਕੀ ਹਾਲਾਤ ਹੈ, ਅਸੀਂ ਪਾਕਿਸਤਾਨ ਨੂੰ ਤਾਂ ਵਧੀਆ ਨਾ। ਮਾੜੇ ਨੂੰ ਦੇਖ ਕੇ ਥੋੜ੍ਹੀ ਤਰੱਕੀ ਕਰਨੀ ਹੈ, ਤਾਂ ਉੱਪਰ ਵਾਲੇ ਨੂੰ ਦੇਖ ਕੇ ਕਰੋ, ਠੀਕ ਨੇ ਜੀ। ਕਹਿਣ ਦਾ ਭਾਵ, ਇਲੈਕਸ਼ਨ ਕਮਿਸ਼ਨ ਸਾਡੇ ਦੇਸ਼ ਦੀ ਉਹ ਸੰਸਥਾ ਹੈ ਜਿਹਨੇ ਸਾਡੇ ਦੇਸ਼ ਦੀ ਮਹਾਨਤਾ ਯਾਨੀ ਲੋਕਤੰਤਰਤਾ ਨੂੰ ਕਾਇਮ ਕੀਤਾ ਹੋਇਆ। ਜੇ ਇਲੈਕਸ਼ਨ ਕਮਿਸ਼ਨ ਵਰਗੀ ਸੰਸਥਾ ਇਹ ਨਾ ਹੁੰਦੀ, ਉਦੋਂ ਹੀ ਕੋਈ ਟੈਂਪਰੇਰੀ ਜਿਹੀ ਸੰਸਥਾ ਬਣਾ ਦਿੰਦੇ ਇਲੈਕਸ਼ਨ ਕਰਾਉਣ ਦੀ। ਇਲੈਕਸ਼ਨ ਕਿਵੇਂ ਹੁੰਦੇ ਫਿਰ? ਧੱਕਾਸ਼ਾਹੀ ਚੱਲਿਆ ਕਰਦੀ, ਫਿਰ ਨਿਰਪੱਖ ਚੋਣਾਂ ਨਹੀਂ ਹੋਇਆ ਕਰਨੀਆਂ ਸੀ, ਕੋਈ ਵੀ ਬੰਦਾ ਜਿੱਤਿਆ ਕਰਦਾ ਪੈਸੇ ਦਮ 'ਤੇ ਜਾਂ ਪਾਵਰ ਦੇ ਦਮ 'ਤੇ। ਵੈਸੇ ਹੁੰਦਾ ਤਾਂ ਹੁਣ ਵੀ ਇਹੀ ਹੈ, ਪਰ ਚਲੋ ਇੰਨਾ ਧੱਕਾ ਨਹੀਂ ਚੱਲਦਾ, ਠੀਕ ਹੈ, ਠੀਕ ਹੈ। ਸੋ ਇੱਕ ਸੰਵਿਧਾਨ ਦੀ ਸੰਸਥਾ, ਪਾਰਟ ਨੰਬਰ 15 ਸਾਡੇ ਸੰਵਿਧਾਨ ਦਾ 15ਵਾਂ ਭਾਗ, ਆਰਟੀਕਲ 324, ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਠੀਕ ਹੈ ਜੀ। ਇਸ ਇਲੈਕਸ਼ਨ ਕਮਿਸ਼ਨ ਦੇ ਵਿੱਚ ਦਾ ਮੇਨ ਫੰਕਸ਼ਨ ਕੀ ਹੈ? ਦੇਸ਼ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਾਉਣਾ। ਗੱਲ ਸਮਝ ਆਈ? ਫਰੀ ਐਂਡ ਫੇਅਰ ਇਲੈਕਸ਼ਨਸ ਇਨ ਦਾ ਕੰਟਰੀ। ਕਲੀਅਰ ਹੋ ਗਈ ਗੱਲ? ਆਹ 6 ਇਹੋ ਜਿਹੇ ਸੰਸਥਾਵਾਂ ਨੇ ਜਿਹਨਾਂ ਦਾ ਇਲੈਕਸ਼ਨ ਕਰਾਉਂਦਾ। ਉਦੋਂ ਤਾਂ ਬਹੁਤ ਤਰ੍ਹਾਂ ਦੇ ਇਲੈਕਸ਼ਨ ਹੁੰਦੇ ਨੇ ਸਾਡੇ ਦੇਸ਼ 'ਚ, ਠੀਕ ਹੈ ਨਾ, ਪਰ ਮੇਨ ਜਿਹੜੇ ਇਲੈਕਸ਼ਨ ਨੇ, ਰਾਸ਼ਟਰਪਤੀ, ਉਪ ਰਾਸ਼ਟਰਪਤੀ, ਲੋਕ ਸਭਾ, ਰਾਜ ਸਭਾ, ਵਿਧਾਨ ਸਭਾ, ਵਿਧਾਨ ਪ੍ਰੀਸ਼ਦ, ਜਿਹੜੇ ਰਾਜਾਂ 'ਚ ਵਿਧਾਨ ਪ੍ਰੀਸ਼ਦ ਹੈਗੀ ਉੱਥੇ ਦੇ ਇਲੈਕਸ਼ਨ ਵੀ ਇਹੀ ਕਰਾਉਂਦਾ। ਇਹਦਾ ਮਤਲਬ ਸੈਂਟਰ ਦੇ ਵੀ ਅਤੇ ਸਟੇਟ ਦੇ ਵੀ ਇਲੈਕਸ਼ਨ ਇਹੀ ਕਰਾ ਰਹੇ ਨਾ। ਤਾਂ ਇਹ ਗੱਲ ਕਹਿ ਸਕਦੇ ਹਾਂ ਆਪਾਂ ਬਈ ਕੇਂਦਰ ਅਤੇ ਰਾਜ ਸਰਕਾਰਾਂ ਦੀ ਸਾਂਝੀ ਸੰਸਥਾ ਹੈ। ਇਕੱਲੇ ਸੈਂਟਰ ਦੇ ਨਹੀਂ ਕਰਾਉਂਦਾ, ਸਟੇਟਾਂ ਦੇ ਵੀ ਕਰਾਉਂਦਾ। ਬੰਨ੍ਹ ਕੇ ਰੱਖਿਆ ਸਾਰਿਆਂ ਨੇ ਉਹਨਾਂ ਨੇ। ਸਟੇਟਾਂ 'ਚ ਜੇ ਆਪਣਾ ਇਲੈਕਸ਼ਨ ਕਮਿਸ਼ਨ ਹੁੰਦਾ ਵੈਸੇ ਸਟੇਟਾਂ ਦਾ ਵੀ, ਪਰ ਉਹ ਸਿਰਫ ਕਾਹਦੇ ਇਲੈਕਸ਼ਨ ਕਰਾਉਂਦਾ? ਪੰਚਾਇਤਾਂ ਦੇ, ਨਗਰ ਪਾਲਿਕਾ ਦੇ ਜਾਂ ਕੋਆਪਰੇਟਿਵ ਸੁਸਾਇਟੀਆਂ ਦੇ ਇਲੈਕਸ਼ਨ ਉਹ ਕਰਾ ਦਿੰਦਾ। ਵੈਸੇ ਲੋੜ ਹੀ ਨਹੀਂ ਪੈਂਦੀ ਕੋਆਪਰੇਟਿਵ ਸੁਸਾਇਟੀ ਦੇ ਇਲੈਕਸ਼ਨ ਤਾਂ ਨੋਰਮਲੀ ਕੋਈ ਹੋਰ ਬੋਡੀ ਨੂੰ ਵੀ ਆਪਾਂ ਦੇ ਸਕਦੇ ਕਰਨ ਲਈ। ਲੇਕਿਨ ਫਿਲਹਾਲ ਗੱਲ ਇਹ ਹੈ ਵੀ ਉੱਥੇ ਚੱਲ ਜੂਗੀ ਢਿੱਲ ਮਿੱਠ ਮਾੜੀ ਮੋਟੀ, ਇੱਥੇ ਢਿੱਲ ਮਿੱਠ ਨਹੀਂ ਚੱਲਣੀ। ਜੇ ਆਪਾਂ ਇਹ ਜ਼ਿੰਮੇਵਾਰੀ ਰਾਜਾਂ ਨੂੰ ਦੇ ਦਿੰਦੇ, ਰਾਜਾਂ ਨੇ ਤਾਂ ਨੇਰੀਆਂ ਲੈ ਦੇਣੀਆਂ ਸੀ।
जे पंजाब 'ਚ इलैक्शन कराउण दी पावर पंजाब कोल ही हुंदी, पंजाब सरकार कोल ही हुंदी, तां तुहानूं लगदा भी सरकार कदे चेंज हुंदी? हुण यही क्वेश्चन तुसीं सेंटर गवर्नमेंट नूं करोगे है ना। बस उत्थे मैं चुप हाँ, ठीक है जी। मुकदी गल, इन्हां दे इलैक्शन कराउंदा, ये तो नीचे जिहड़े भी इलैक्शन हुंदे ने वो सारे स्टेट का अपना इलैक्शन कमीशन हुंदा। स्टेट का अपना इलैक्शन कमीशन कदों बनना शुरू होया सी? 73वें संशोधन तो बाद, क्योंकि 73वां ते 74वां संशोधन जिहड़ा वो गल करदा भी स्टेटां दा अपना एक इलैक्शन कमीशन होना चाहिए, वो पंचायतां दे नगर पालिका दे इलैक्शन वो कराउंदा। क्योंकि उहदा हुण की पता किहड़े राज च किहड़ियां नगर पालिका किहड़ियां पंचायतां दे इलैक्शन हो रहे हैं। इलैक्शन कमीशन इन्ना बेला नहीं हैगा, ये मेन चीज़ां ही कराउंदा, ठीक है जी। हुण इह 'च 3 जणे हुंदे ने, एक तो हुंदा इन्हां दा चेयरमैन जिन्होंने कहते चीफ इलैक्शन कमिश्नर, 2 हुंदे ने मैंबर जिन्होंने आप कहते इलैक्शन कमिश्नर। पहला इक्को ही बंदा हुंदा सी, पर 1988 ਦੇ ਵਿੱਚ 61वें संशोधन ਦੇ ਨਾਲ वोट पाने की उम्र 21 साल तो 18 साल की गई। इस करके काम बढ़ गया। जो 21 साल तो 18 साल वोट पाने की उम्र कर दोगे तो वोटर बढ़ नहीं जाएंगे, इक्को दम इन्ने वोटर बढ़ गए तो फिर काम ज़्यादा हो गया। इस करके इन्होंने 2 बंदे नाल अपने होर लै ले। ਇਹਦਾ मतलब ਹੁਣ एक चेयरमैन ਹੁੰਦਾ ਅਤੇ 2 ਮੈਂਬਰ ਹੁੰਦੇ ਨੇ, ਜਾਂ कह लो एक चीफ इलैक्शन कमिश्नर, 2 इलैक्शन कमिश्नर। ਹੁਣ ਸਾਡੇ ਮੌਜੂਦਾ चीफ इलैक्शन कमिश्नर कौन ने? सुनील अरोड़ा जी, अशोक लवासा ते सुशील चंद्रा, बाकी ਜਿਹੜੇ दूजे इलैक्शन कमिश्नर है। क्लीयर है गल? सब तो पहले इलैक्शन कमिश्नर कौन से इंडिया के? सुकुमार सिंह। चलो जी आप हुण पढ़ते हैं पॉइंट्स। हाँ जी, सुप्रीम कोर्ट के जज के बराबर गल समझ आई? आप पढ़ लिया, उन्हें खत्म नहीं होया, हुण पढ़ांगे, ठीक है, सारे डिटेल्स क्लीयर हो जाएगा। पहली गल कहता इस विच एक चीफ इलैक्शन कमिश्नर ते 2 इलैक्शन कमिश्नर हुंदे ने। इन्हां दी सारियां दी ये चीफ इलैक्शन कमिश्नर चेयरमैन हुंदा अते बाकी 2 मैंबर हुंदे ने। जदों भी कोई गलबात कोई डिसीजन लेना हुंदा ना तो मेजोरिटी देखी जाती है। टोटल 3 बंदे हो गए ना, जिहड़ी गल 2 बंदे कहते हैं कि वो हो जूगी, ठीक है जी, कॉमन सेंस है। अच्छा कौन करता नियुक्ति? क्लीयर है, क्वेश्चन का जवाब मिल गया जी। दे आर अपॉइंटेड बाय द प्रेजिडेंट ऑफ इंडिया। अच्छा थोड़ा ये पता है जो राष्ट्रपति अपॉइंट करता किनू पुछदा जी? प्रधानमंत्री नूं अते मंत्री परिषद नूं। ये तो गल पता ही है जी, आप पढ़िया सी प्रधानमंत्री वाले चैप्टर पढ़िया सी, राष्ट्रपति वाले चैप्टर भी पढ़िया सी। हुण देखो ये तनख्वाह काहदे बराबर होंदी है? ठीक है मैडम, मिल गया जवाब। अगे चलिए जी। काल कितना होंदा है? या रिटायरमेंट की उम्र 65 साल, 6 साल 65 साल। कोई भी चीज़ पहला हो जाए, कोई भी चीज़ पहला खत्म हो जाए, यानी कि जिता जिता बंदा मान लो 64 साल का हो के लाया तुसी, वो तो 1 साल ही जॉब करूगा, हुण थोड़ी 6 साल मिलणगे। एक बंदा 40 साल का ही लाता तो 46 साल बस चल पे बाहर, हुण कह सकता सर 65 का तो होया नहीं मैं अजे, ना ना ना। पर यह किहो जी संस्था है इलैक्शन कमीशन जिहदे बारे साडे संविधान बहुत घट लिखा हुआ है, यदि कोई क्वालिफिकेशन नहीं हैगी। देखो सिटीजन ऑफ इंडिया तो होना ही चाहिए है, वो तो क्लीयर है, तो कोई करप्टेड बंदा नहीं होना चाहिए, ये तो कॉमन सेंस है। लेकिन यदि कोई क्वालिफिकेशन नहीं हैगी, जिदा आप पढ़ते नहीं है बई सुप्रीम कोर्ट का जज बनने वास्ते इन्नी ये वो है ना, ये कोई क्वालिफिकेशन नहीं। और एक बंदा जो एक बार चीफ इलैक्शन कमिश्नर या इलैक्शन कमिश्नर बन गया तो उन्होंने जिन्ने बारी मर्जी बना लो, बाद दोबारा भी बना लो, कोई दिक्कत नहीं, कोई लिमिट नहीं भी दोबारा नहीं बन सकता, यही कोई गल नहीं। थोड़ा पता ना जिन्ने बारी मर्जी बने, ठीक है ना जी। जिवें सुप्रीम कोर्ट का जज किसी होर पोस्ट नहीं जा सकता बाद रिटायरमेंट तो बाद, है ना। यह गल कई तो लागू होंगी है, होर भी पढ़ाऊंगा मैं कि UPSC वगैरह उत्ते भी लागू होंगी है गल। पर इलैक्शन कमिश्नर वास्ते कोई क्वालिफिकेशन नहीं, ये सारी पावर किहनूं दी? राष्ट्रपति ने दी है भी राष्ट्रपति अपने आप इन पावर्स वगैरह या क्वालिफिकेशन वगैरह निर्धारित कर सकता है। ये क्वेश्चन आ सकता पेपर च भी किहदे कोल यह पावर है भी उसकी क्वालिफिकेशन या सर्विस कंडीशनस नूं बनाउण दी, तो राष्ट्रपति कोल है। क्लीयर है गल? राष्ट्रपति लोड़ पैण ते रीजनल कमिश्नर भी नियुक्त करता ही करता है, क्योंकि 3 बंदे थोड़ी पूरे देश इलैक्शन करा देंगे। ਲੱਖਾਂ ਬੰਦਾ ਜਿਹਦਾ ਹੁੰਦਾ, ਕਰੋੜਾ ਬੰਦਾ, ਲੱਖਾਂ ਬੰਦਾ ਨਹੀਂ ਕਰੋੜਾ ਬੰਦਾ, ਉਹ ਦੱਸੂਗਾ ਮੈਂ। ਐਤਕੀ ਕਿੰਨੇ ਕਰੋੜ ਬੰਦੇ ਨੇ ਵੋਟ ਪਾਈ ਸੀ ਲੋਕ ਸਭਾ ਚੋਣਾਂ 'ਚ? ਆਪਣੇ ਦੇਸ਼ ਦੀ ਪੋਪੂਲੇਸ਼ਨ ਕਿੰਨੀ ਹੈ? ਆਪਾਂ ਕਹਿੰਦੇ 125 ਕਰੋੜ ਤਾਂ 2011 'ਚ ਸੀ, ਹੁਣ ਤਾਂ 135-40 ਦੇ ਲਾਗੇ ਪਹੁੰਚ ਗਈ ਹੋਊਗੀ, ਅਗਲੇ ਸਾਲ ਪਤਾ ਲੱਗ ਜਾਊਗਾ। ਪਰ ਐਤਕੀ 90 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਵੋਟ ਪਾਈ ਸੀ, ਠੀਕ ਹੈ ਜੀ। ਰੀਜਨਲ ਕਮਿਸ਼ਨਰ ਹੁੰਦੇ ਨੇ, ਮੈਂ ਤੁਹਾਨੂੰ ਇਹਨਾਂ ਦੀ ਹਾਇਰਾਰਕੀ ਦੱਸਦਾ ਵੀ ਕਿੱਦਾਂ ਇਹਨਾਂ ਦੀ ਸਟੈਪ ਬਾਏ ਸਟੈਪ ਅਫਸਰ ਹੁੰਦੇ ਨੇ। ਟੌਪ ਤੇ ਤਾਂ ਉਹੀ ਹੁੰਦਾ ਚੀਫ ਇਲੈਕਸ਼ਨ ਕਮਿਸ਼ਨਰ, ਉਹ ਤੋਂ ਬਾਅਦ 2 ਇਹ, ਉਹ ਤੋਂ ਬਾਅਦ ਫਿਰ ਅੱਗੇ ਆਪਾਂ ਪੜਾਂਗੇ। ਇਹਨਾਂ ਦਾ ਕਾਲ ਤੇ ਜ਼ਿੰਮੇਵਾਰੀਆਂ ਕੌਣ ਨਿਰਧਾਰਿਤ ਕਰਦਾ? ਕਈ ਥਾਵਾਂ ਤੇ ਰਾਸ਼ਟਰਪਤੀ ਦੀ ਥਾਂ ਤੇ ਸੰਸਦ ਆਇਆ ਕਰੂਗਾ, ਦੇਖਿਓ ਅੱਗੇ ਜਾ ਕੇ ਮੈਂ ਤੁਹਾਨੂੰ ਦੱਸਦਾ। ਰਾਸ਼ਟਰਪਤੀ ਇਹ ਚਾਹੁੰਦਾ, ਇੱਕ ਫਾਈਨਾਂਸ ਕਮਿਸ਼ਨ 'ਚ ਵੀ ਰਾਸ਼ਟਰਪਤੀ ਆਉਂਦਾ,
फाइनांस कमीशन च, याद रख लो, ठीक है। चलिए अगे कहता जी चीफ इलैक्शन कमिश्नर है, इनू सिक्योरिटी ऑफ टेन्योर मिलया होया, की मिलया होया सिक्योरिटी ऑफ टेन्योर। इनू इदा नहीं है भी चक के हटाता, इदा नहीं हटा सकता। नियुक्त तो राष्ट्रपति करता है, पर ऐ नहीं है भी जो मर्जी हटा दे। जेकर उन्हें इन्होंने दोनों चों एक चीज़ की या मिसबिहेवियर, भी मिसबिहेवियर का मतलब अपने पद का गलत इस्तेमाल किया, या इनकैपेसिटी मतलब वो काम करने के लायक ही नहीं रहा, कोई भी कारण हो सकता, हैल्थ करके या होर किसी कारण करके, फिर उन्होंने उस ग्राउंड पर जिदा सुप्रीम कोर्ट के जज को हटाया जाता है उस तरीके हटाया जाऊगा। गल समझ आई? मैं तो लिखा उपर चीफ इलैक्शन कमिश्नर हटाने का तरीका सुप्रीम कोर्ट के जज वर्गा है, पर यह गल कितने लागू होती है सिर्फ चीफ इलैक्शन कमिश्नर से। बाकी जो दो बंदे रखे ने जो उन्होंने हटाना है तो वह राष्ट्रपति हटा सकता है, कि तो पुछ के सिर्फ चीफ इलैक्शन कमिश्नर तो पुछ के। उन्होंने सिक्योरिटी ऑफ टेन्योर नहीं मिलया, मेरे हिसाब से थोड़ी गल समझ आ गई होनी। सिक्योरिटी ऑफ टेन्योर सिर्फ किनू मिले? चीफ इलैक्शन कमिश्नर को। उन्होंने हटाने का तरीका कि सेम है जिमें वो मैं थोड़ा पढ़ा चुके हैं। सुप्रीम कोर्ट के जज ने हटाना है, घट्टो घट्ट 100 बंदे लोक सभा कहन या 50 बंदे राज सभा कहन, मोशन शुरू होगा, उस तो बाद फिर 3 मैंबरी कमेटी बनूगी, फिर वो मोशन पास होगा स्पैशल मेजोरिटी नाल, फिर हटाता तो हटाता। अज तक कभी सुप्रीम कोर्ट का कोई जज हटाया नहीं गया। सुनियो गौर नाल, जो राष्ट्रपति को हटाना हो फिर किन्ने बंदे की मंजूरी चाहिए घट्टो घट्ट शुरू करने वास्ते प्रोसैस? किन्ने ही मैंने 50 कितना हो जाऊगा? 100 तो सुप्रीम कोर्ट के जज वास्ते चाहिए, राष्ट्रपति उपर है कि सुप्रीम कोर्ट के जज उपर है? कितना की गल्लां करदे? हाँ जी 100 तो ये वास्ते चाहिए सी। 1/4 जब राष्ट्रपति ने हटाना ऐ नहीं है भी सीधी बिल शुरू करके पास 1/4 लोक सभा का 1/4 मैंबर, या जो राज्य सभा शुरू कर रहे हो तो उतों के 1/4 मैंबर च कहणगे तां ही कंसैप्ट शुरू होगा। हुण ये गल क्लीयर होगी? चलो जी, शक्तियां लोक सभा के 1/4 मैंबर जो कहणगे कि हाँ जी असीं चाहुंदे राष्ट्रपति को हटाना चाहुंदे आ, फिर उत्थों जिहड़ा अध्यक्ष होगा स्पीकर होगा वो कहूगा अच्छा चाहुंदे हो, अच्छा हाँ जी चाहुंदे हो, लियाओ फिर वो एक इंक्वायरी बिठाऊगा, देखूगा भी ये इन्हां दी गल च दमखम है। जे 1/4 तो घट बंदे कहणगे तो फड़ूगा ही नहीं, वो पहली गल तो उन्होंने रिक्वेस्ट इदां ही 4 बंदे आके कहते हैं हटाओ जी, इधर थोड़ी हटाओ जी, ठीक है। हाँ वो तो बाद देना ही पऊगा ना, जो कमेटी बैठूगी तो वो तो हर बंदे ने अधिकार है अपने आप को मतलब इनोसेंट प्रूव करने का। 14 दिन का टाइम तो है ही है। इलैक्शन के नाल संबंधित जिन्हें भी काम ने वो इलैक्शन कमीशन ही देखता। अच्छा जो राष्ट्रपति या उप राष्ट्रपति दी चोणां च कोई डिस्प्यूट पै जाता तो फिर केस कित्थे जांदा? वो सुप्रीम कोर्ट च जांदा। ठीक है जी, तो क्लीयर है। चलो देखो, डीलिमिटेशन कमीशन की सलाह लैके हल्के नहीं बनते, हल्के लोक सभा हल्का, राज सभा हल्का, विधान सभा हल्का वगैरह वगैरह, वो सारे हल्के कौन बनाता? इलैक्शन कमीशन बनाता। डीलिमिटेशन कमीशन की सलाह लैके पढ़ा चुके हैं बारे, हुण तक 4 डीलिमिटेशन कमीशन आ चुके हैं, तुसीं मैनूं ग्रुप च पा दिओ। ठीक है, अगे चलते हैं। वोटां की सूची आ जाती है ना, वोटां की सूची ਜਿਹੜੇ लोग पेपर नॉमीनेशन फाइल करते हैं, ਜਿਹੜੇ उम्मीदवार खड़े होंगे ने उन्होंने वोटर की सूची मिलती भी है। बाकी फोटो स्टेट करा करा के जिन्नी मर्जी बना लो पर मिलती है। ठीक है, अच्छा चोणों की मिति निर्धारित यही करता भी इदन असीं इलैक्शन करांगे, जिदन इन्हें अनाउंस करता बई असीं इदन इलैक्शन करावांगे, उदन तो ही चोण जाबता शुरू हो जाता, जिन्होंने कहते हैं मॉडल कोड ऑफ कंडक्ट MCC। ठीक है, देखो साडे ना संविधान दे विच इलैक्शनस बारे बहुता ज़्यादा नहीं लिखा होया, बहुत घट लिखा होया। तो यह जो इलैक्शन का काम है सारा प्रक्रिया साडे संविधान ने संसद को दी है पावर। ठीक है, संसद ने फिर उस पावर का इस्तेमाल करते हुए सब तो पहला स्टार्टिंग 2 एक्ट पास किए सी। एक तो किया सी रिप्रजेंटेशन ऑफ पीपल एक्ट 1950, एक रिप्रजेंटेशन ऑफ पीपल एक्ट 1951। इन्हों के डिटेल के इलैक्शन किद्दां होणगे, किवें होणगे, की क्वालिफिकेशन होणगियां, ये दिता होया हो सारा कुछ। ठीक है जी, आप इन्हां बारे पढ़ांगे। एक चैप्टर मैं तुहानूं कराऊंगा इलैक्टोरल रिफॉर्म्स, एक वीडियो बनाई सी मैं जिहदे मैं लिखा सी, कोई लिखण की लोड़ नहीं फिलहाल, तुहानूं हजे टेंशन ना लो। मैं एक वीडियो बनाई सी, मैं लिखा सी भी मास्टर कैडर के सिलेबस आ चीज़ां ने, आप इन्हां तों इलावा आ चीज़ां पढ़नियां ने। एक बार वो वीडियो मैं तुहानूं भेज दिंदा, तुसीं देखी हुई है, वो वीडियो च देख लियो भी किहड़े पॉइंट हुण तक मैं छड्डे। वैसे मैं छड्डिया नहीं कोई पॉइंट, पर फिर भी जो कोई छड्डिया होया तो मैं याद करा दूँ, मैं बना दूँगा वीडियो। ठीक है जी, चलो ये बारे बाद च पढ़ांगे। फिलहाल होर की काम करदा, देखो उम्मीदवार की रजिस्ट्रेशन करदा, तुसीं खड़े होने चाहते हो तो
जाओगे पेपर भरोगे वो असैप्ट करूगा, कुछ नाल बंदे लेके जाने पैंदे आ। कई इलैक्शनों 4 होंदे है, कई होर वध होंदे है, नॉर्मल 4 ही होंदे है भी 4 बंदे लै जाओ ਜਿਹੜੇ ਤੁਹਾਡੇ ਨਾਲ ਜਾਣਗੇ। ਜੇ ਤੁਸੀਂ ਆਜ਼ਾਦ ਖੜੇ ਹੋਣਾ ਚਾਹੁੰਦੇ ਹੋ ਨਾ 4 ਬੰਦੇ ਨਾਲ ਲੈ ਕੇ ਜਾਣੇ ਪੈਂਦੇ ਆ, ਉਹ ਗਵਾਹੀ ਦਿੰਦੇ ਵੀ ਹਾਂ ਜੀ ਅਸੀਂ ਸਮਰਥਨ ਕਰਦੇ ਹਾਂ। 4 ਬੰਦੇ ਤਾਂ ਘੱਟੋ ਘੱਟ ਨਾਲ ਹੋਣ। ਰਾਸ਼ਟਰਪਤੀ ਦੇ ਕੇਸ 'ਚ ਯਾਦ ਹੈ 50 ਸਕੈਂਡਰ 50 ਪ੍ਰੋਪੋਨੈਂਟ 50 ਸਕੈਂਡਰ ਹੈ ਨਾ। ਸੋ ਇਹ ਗੱਲ ਸੀ। ਫਿਲਹਾਲ ਬਾਕੀ ਇਲੈਕਸ਼ਨਾਂ ਵਾਸਤੇ 4 ਬੰਦੇ ਚਾਹੀਦੇ ਹੁੰਦੇ ਆ। ਜਿਹੜੇ ਲੋਕ ਕਿਸੇ ਪਾਰਟੀ ਦੀ ਟਿਕਟ ਤੋਂ ਖੜੇ ਹੁੰਦੇ ਨੇ ਉਹਨਾਂ ਨੂੰ ਸਿਰਫ ਇੱਕ ਬੰਦਾ ਨਾਲ ਲੈ ਕੇ ਜਾਣਾ ਹੁੰਦਾ ਆਪਣੇ, ਠੀਕ ਹੈ ਨਾ। ਚਲੋ ਰਾਜਨੀਤਿਕ ਪਾਰਟੀਆਂ ਨੂੰ ਮਾਨਤਾ ਦੇਣੀ, ਆਪਾਂ ਇਹਦੇ ਬਾਰੇ ਪੜ੍ਹਾਂਗੇ ਅੱਜ ਵੀ ਸਾਡੇ ਦੇਸ਼ 'ਚ ਨੈਸ਼ਨਲ ਪਾਰਟੀ ਕੀ ਹੁੰਦੀ ਹੈ, ਸਟੇਟ ਪਾਰਟੀ ਕੀ ਹੁੰਦੀ ਹੈ, ਦਰਜਾ ਕਿੱਦਾਂ ਮਿਲਦਾ ਕਿਸੇ ਪਾਰਟੀ ਨੂੰ, ਨੈਸ਼ਨਲ ਪਾਰਟੀ ਹੁੰਦਾ ਸਟੇਟ ਪਾਰਟੀ ਹੁੰਦਾ। ਸਾਡੇ ਦੇਸ਼ ਦੇ ਵਿੱਚ 6 ਨੈਸ਼ਨਲ ਪਾਰਟੀਆਂ ਨੇ ਇਸ ਟਾਈਮ 'ਤੇ, ਪਹਿਲਾਂ 7 ਹੁੰਦੀਆਂ ਸੀ। ਤ੍ਰਿਣਮੂਲ ਕਾਂਗਰਸ ਦਾ ਖਤਮ ਹੋ ਗਿਆ ਪਿਛਲੇ ਸਾਲ ਹੀ। ਹੁਣ ਕਿੰਨੀਆਂ ਨੈਸ਼ਨਲ ਪਾਰਟੀਆਂ ਨੇ? 6। ਸਟੇਟ ਪਾਰਟੀਆਂ ਤਾਂ ਬਹੁਤ ਸਾਰੀਆਂ ਨੇ, ਕੁਛ ਸ਼ਰਤਾਂ ਨੇ ਉਹਦੀਆਂ, ਉਹ ਪੜ੍ਹਾਂਗੇ ਹੁਣ ਆਪਾਂ ਉਹਦੇ ਬਾਰੇ। ਝਗੜਾ ਜਦੋਂ ਹੁੰਦਾ ਕੋਈ ਆਪਸ 'ਚ ਪਾਰਟੀਆਂ ਦਾ ਲੋਕਾਂ ਦਾ, ਤਾਂ ਸਭ ਤੋਂ ਪਹਿਲਾਂ ਇਹਦੇ ਕੋਲ ਹੀ ਜਾਂਦੀ ਹੈ ਜਿਹੜੀ ਰਿਕੁਐਸਟ ਹੈ, ਫਿਰ ਇਹ ਸੁਣਦਾ ਕਾਰਵਾਈ ਕਰਦਾ ਜਿੰਨੀ ਕੁ ਹੋ ਸਕਦੀ ਹੈ। ਫਿਰ ਜੋ ਕਾਰਵਾਈ ਠੀਕ ਹੈ, ਅਦਰਵਾਈਜ਼ ਫਿਰ ਹਾਈ ਕੋਰਟ 'ਚ ਵੀ ਜਾਣਾ ਪੈਂਦਾ ਕਈ ਵਾਰੀ, ਉਹ ਦੇਖਣਾ ਪੈਂਦਾ ਜੇ ਕੋਈ ਡਿਸਪਿਊਟ ਵੱਡਾ ਹੋਵੇ ਜਾਂ ਅਪੀਲ ਕਰਦੇ, ਜੇ ਕੋਈ ਇਲੈਕਸ਼ਨ ਪਟੀਸ਼ਨ ਪਾ ਦੇ। ਉਹ ਆਪਾਂ ਡਿਸਕਸ ਕੀਤੀ ਸੀ ਗੱਲ। ਚੋਣਾਂ ਦੀ ਮਸ਼ਹੂਰੀ ਕਰਨ ਦੇ ਲਈ ਕਿਸੇ ਨੂੰ ਆਪਣਾ ਅੰਬੈਸਡਰ ਬਣਾ ਦੇਣਗੇ ਵੀ ਸਾਡਾ ਅੰਬੈਸਡਰ ਹੈ ਜੀ, ਠੀਕ ਹੈ ਨਾ। ਕਿਸੇ ਵੀ ਐਕਟਰ ਨੂੰ ਫੜ ਕੇ, ਜਿਵੇਂ ਮੰਨ ਲਓ ਪੰਜਾਬ 'ਚ ਜਦੋਂ ਚੋਣਾਂ ਹੋਈਆਂ ਸੀ ਲਾਸਟ ਟਾਈਮ, ਤਾਂ ਜਿਹੜਾ ਆਪਣਾ ਗੁਰਪ੍ਰੀਤ ਘੁੱਗੀ ਸੀ, ਇਹ ਸੀ ਸ਼ਾਇਦ ਜਿੱਥੇ ਤੱਕ ਮੈਨੂੰ ਯਾਦ ਹੈ ਬ੍ਰਾਂਡ ਅੰਬੈਸਡਰ ਮਤਲਬ ਇਲੈਕਸ਼ਨਸ ਦਾ। ਪਰ ਐਂ ਵੀ ਉਹ ਫਿਰ ਬਾਅਦ 'ਚ ਉਹਨਾਂ ਦਾ ਸੰਬੰਧ ਮੇਰੇ ਖਿਆਲ ਆਮ ਆਦਮੀ ਪਾਰਟੀ ਦੇ ਨਾਲ ਹੈ ਨਾ, ਫਿਰ ਉਹਨਾਂ ਹਟਾਤਾ ਸੀ। ਉਹ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਬੰਦਾ ਜਿਹੜਾ ਅੰਬੈਸਡਰ ਹੁੰਦਾ। ਗੁਰਦਾਸ ਮਾਨ ਵੀ ਰਹੇ ਨੇ, ਗੁਰਦਾਸ ਮਾਨ ਹੀ ਸੀ ਲਾਸਟ ਟਾਈਮ, ਕਿਉਂਕਿ ਉਹਨਾਂ ਦਾ ਸੰਬੰਧ ਕਿਸੇ ਪਾਰਟੀ ਨਾਲ ਨਹੀਂ ਹੈਗਾ, ਠੀਕ ਹੈ ਜੀ। ਇੱਦਾਂ ਕਰਕੇ ਕਿਸੇ ਨੂੰ ਵੀ ਬ੍ਰਾਂਡ ਅੰਬੈਸਡਰ ਬਣਾ ਕੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ, ਫਿਰ ਉਹਨਾਂ ਦੇ ਪੋਸਟਰ ਨਹੀਂ ਲੱਗੇ ਹੁੰਦੇ ਵੀ ਇਸ ਵਾਰੀ ਵੋਟ ਜ਼ਰੂਰ ਪਾਓ, ਵੋਟ ਤੁਹਾਡਾ ਹੱਕ ਹੈ ਨਾ, ਵਗੈਰਾ ਵਗੈਰਾ। ਲੋਕਤੰਤਰ ਇੱਕ ਮੰਦਰ ਇਹੋ ਜਿਹਾ ਕੁਛ ਲਿਖਦੇ ਨੇ। ਕਿਸੇ ਮੈਂਬਰ ਨੂੰ ਖਾਰਜ ਕਰਨ ਲਈ, ਦੇਖੋ ਆਪਾਂ ਇਹ ਗੱਲ ਡਿਸਕਸ ਕੀਤੀ ਸੀ, ਜਦੋਂ ਦਲ ਬਦਲੂ ਕਾਨੂੰਨ ਦੇ ਤਹਿਤ ਕਿਸੇ ਬੰਦੇ ਨੂੰ ਡਿਸਕੁਆਲੀਫਾਈ ਕਰਨਾ ਹੈ, ਉਹਦੀ ਪਾਵਰ ਸਪੀਕਰ ਕੋਲੇ ਹੁੰਦੀ ਹੈ। ਛੱਡ ਦੋ ਉਸ ਗੱਲ ਨੂੰ, ਉਹ ਤੋਂ ਇਲਾਵਾ ਵੀ ਤਾਂ ਹੋਰ ਕਈ ਮੈਟਰ ਹੁੰਦੇ ਨੇ ਨਾ। ਉਹਨਾਂ ਮੈਟਰਸ ਦੇ ਉੱਪਰ ਜੇ ਡਿਸਕੁਆਲੀਫਾਈ ਕਰਨਾ ਹੈ, ਫਿਰ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ ਨੂੰ ਰਾਸ਼ਟਰਪਤੀ ਕਰਦਾ ਹੁੰਦਾ, ਨੀਚੇ ਰਾਜਪਾਲ ਕਰਦਾ ਹੁੰਦਾ ਇਹਦੀ ਸਲਾਹ ਲੈ ਕੇ, ਕਿਉਂਕਿ ਇਲੈਕਸ਼ਨ ਇਸ ਨੇ ਕਰਾਏ ਸੀ। ਕੱਲ੍ਹ ਨੂੰ ਮੰਨ ਲਓ ਉਹਦੇ ਇਲੈਕਸ਼ਨ ਗਲਤ ਨਿਕਲੇ, ਇਹੀ ਸਲਾਹ ਦਊਗਾ ਨਾ ਵੀ ਹਾਂਜੀ ਸਰ ਗੜਬੜ ਹੋਈ ਸੀ, ਤਾਂ ਮੈਂਬਰਸ਼ਿਪ ਰੱਦ ਕੀਤੀ ਜਾ ਸਕਦੀ ਹੈ। ਉਹ ਕੌਣ ਸਲਾਹ ਦਊਗਾ? ਰਾਸ਼ਟਰਪਤੀ ਨੂੰ, ਇਲੈਕਸ਼ਨ ਕਮਿਸ਼ਨ, ਠੀਕ ਹੈ ਜੀ। ਹਿੰਸਾ ਜੇ ਹੋ ਗਈ ਕਿਤੇ, ਮੰਨ ਲਓ ਕਿਤੇ ਬੂਥ ਕੈਪਚਰਿੰਗ ਹੋ ਗਈ, ਕਿਸੇ ਬੂਥ 'ਤੇ ਕਬਜ਼ਾ ਕਰ ਲਿਆ ਕਿਸੇ ਪਾਰਟੀ ਨੇ ਆ ਕੇ ਜਾਂ ਗੁੰਡਿਆਂ ਨੇ ਆ ਕੇ, ਤਾਂ ਉੱਥੋਂ ਦੇ ਬੂਥ ਦੇ ਮਤਲਬ ਚੋਣਾਂ ਕੈਂਸਲ ਕਰਾ ਕੇ ਇਹ ਬਾਅਦ ਦੇ ਵਿੱਚ ਇਲੈਕਸ਼ਨ ਕਰਾਊਗਾ। ਹੋਊਗਾ ਕਿ ਨਹੀਂ ਹੋਊਗਾ? ਸਾਰੇ ਕੰਮ ਇਸੇ ਦੇ ਨੇ। ਹਰ ਰਾਜ ਦਾ ਇੱਕ ਚੀਫ ਇਲੈਕਟੋਰਲ ਅਫਸਰ ਹੁੰਦਾ। ਆਪਾਂ ਤਾਂ ਸੈਂਟਰ 'ਚ ਪੜ੍ਹ ਲਿਆ, ਪਰ ਇਹਨੇ ਹਰੇਕ ਰਾਜ ਦੇ ਵਿੱਚ, ਹਰੇਕ ਸਟੇਟ ਦੇ ਵਿੱਚ ਆਪਣੇ ਬੰਦੇ ਛੱਡੇ ਹੁੰਦੇ ਨੇ। ਦੇਖੋ ਕੀ ਲਿਖਿਆ, CEO, ਉਹਨੂੰ ਕਹਿੰਦੇ ਨੇ ਚੀਫ ਇਲੈਕਟੋਰਲ ਅਫਸਰ। ਇਹ ਗਿਣਤੀ ਘੱਟ ਵੱਧ ਹੈ, ਫਿਲਹਾਲ ਇਹ 2019 ਦੀ ਗਿਣਤੀ ਹੈ, ਪਰ ਵੈਸੇ ਤੁਸੀਂ ਸਮਝ ਲਓ ਵੀ ਕਿੰਨੇ ਰਾਜ ਆਪਣੇ? 28 ਰਾਜ ਨੇ ਅਤੇ 8 ਸਾਡੀਆਂ ਯੂਟੀਆਂ ਨੇ। 28 ਤੇ 8 ਕਿੰਨਾ ਹੋ ਗਿਆ? ਸਹੀ ਹੈ ਵੀਰੇ, ਠੀਕ ਹੈ ਨਾ। ਲੇਕਿਨ ਘੱਟ ਹੋਊਗਾ ਇਹਦੇ ਨਾਲ, ਕਿਉਂਕਿ ਜੰਮੂ ਅਤੇ ਕਸ਼ਮੀਰ ਜਿਹੜਾ ਹੋ ਸਕਦਾ ਤਾਂ ਇਕੱਠਾ ਹੋਏ, ਠੀਕ ਹੈ ਨਾ। ਸੋ ਇਹਦੇ ਬਾਰੇ ਹੁਣ ਚੈੱਕ ਕਰਨਾ ਪਏਗਾ, ਪਰ ਤਕਰੀਬਨ ਇਹੀ 35-36। ਪਹਿਲਾਂ ਇਹ ਤਾਂ 28 ਰਾਜ ਅਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਹੁੰਦੇ ਸੀ ਸਟਾਰਟਿੰਗ 'ਚ। ਸੋ ਉਹ ਗਿਣਤੀ ਚੇਂਜ ਹੁੰਦੀ ਰਹਿੰਦੀ, ਉਹਨੂੰ ਚੀਫ ਇਲੈਕਟੋਰਲ ਅਫਸਰ ਕਹਿੰਦੇ ਨੇ। ਤੁਹਾਨੂੰ ਸਾਡੇ ਪੰਜਾਬ ਦੇ ਚੀਫ ਇਲੈਕਟੋਰਲ ਅਫਸਰ ਦਾ ਨਾਮ ਪਤਾ ਹੋਣਾ ਚਾਹੀਦਾ। SK ਰਾਜੂ, S ਕਰੁਣਾ ਰਾਜੂ IAS ਅਫਸਰ ਹੁੰਦਾ। ਜ਼ਿਆਦਾਤਰ ਇਹ IAS ਅਫਸਰ ਨੂੰ ਹੀ ਬਣਾਉਂਦੇ ਨੇ। ਸੀਨੀਅਰ IAS ਅਫਸਰ ਨੂੰ ਕਿਸੇ ਨੂੰ ਰਾਜ ਦਾ CEO ਬਣਾ ਦਿੰਦੇ ਨੇ, ਚੀਫ ਇਲੈਕਟੋਰਲ ਅਫਸਰ। ਫਿਰ ਇਹੀ ਧਿਆਨ ਰੱਖਦਾ ਜਦੋਂ ਇਲੈਕਸ਼ਨ ਹੁੰਦੇ ਨੇ ਨਾ, ਇਹ ਫਿਰ ਸਾਰਾ ਧਿਆਨ ਇਹੀ ਰੱਖਦਾ। ਕਲੀਅਰ ਹੈ? ਜੰਮੂ ਕਸ਼ਮੀਰ 'ਚ ਵੀ ਨਹੀਂ ਹੈਗੀ ਨਾ ਪੰਚਾਇਤ, ਉੱਥੇ ਇੱਕ ਟਾਇਰ ਹੈਗਾ ਸੀ, ਪਰ ਹੁਣ ਜਿਵੇਂ ਨਾਰਮਲ ਯੂਟੀਆਂ 'ਚ ਪੰਚਾਇਤਾਂ ਦਾ ਸਿਸਟਮ ਹੈਗਾ, ਉਵੇਂ ਹੀ ਉੱਥੇ ਲਾਗੂ ਹੋਊਗਾ। ਹੁਣ ਜੰਮੂ ਕਸ਼ਮੀਰ ਪਹਿਲਾਂ ਵਾਲਾ ਜੰਮੂ ਕਸ਼ਮੀਰ ਨਹੀਂ ਰਿਹਾ। ਸਗੋਂ ਹੁਣ ਥੋੜ੍ਹੇ ਦਿਨ ਪਹਿਲਾਂ ਮੈਂ ਅਖਬਾਰ 'ਚ ਪੜ੍ਹਿਆ, ਜੰਮੂ ਕਸ਼ਮੀਰ ਦੀਆਂ ਪੰਚਾਇਤਾਂ ਦੀਆਂ ਚੋਣਾਂ ਆ ਗਈਆਂ। ਹੁਣ ਉੱਥੇ ਨਾਰਮਲ ਸਿਸਟਮ ਲਾਗੂ ਹੋ ਗਿਆ ਜਿਵੇਂ ਆਪਣੇ ਇੰਡੀਆ 'ਚ ਹੈ। ਪਹਿਲਾਂ ਨਾ ਸੰਵਿਧਾਨ ਦੀਆਂ ਜ਼ਿਆਦਾਤਰ ਪ੍ਰੋਵੀਜ਼ਨਾਂ ਜੰਮੂ ਕਸ਼ਮੀਰ 'ਤੇ ਲਾਗੂ ਨਹੀਂ ਹੁੰਦੀਆਂ ਸੀ। ਸਿਰਫ ਜਿਹੜੀਆਂ ਉਹਨਾਂ ਦੇ ਮਤਲਬ ਦੀਆਂ ਚੀਜ਼ਾਂ ਸੀ ਉਹ ਤਾਂ ਲੈ ਲੈਂਦੇ ਸੀ। ਮੌਲਿਕ ਅਧਿਕਾਰ ਲੈ ਲਏ, ਮੌਲਿਕ ਕਰਤੱਵ ਨਹੀਂ ਲਏ। ਸਾਡਾ ਕੋਈ ਕਰਤੱਵ ਨਹੀਂ ਹੈਗਾ ਜੀ। ਪਾਰਟ 6 ਰਾਜ ਸਰਕਾਰ ਦੀ ਗੱਲ ਕਰਦੇ ਨਾ, ਪਾਰਟ 6 ਜੰਮੂ ਕਸ਼ਮੀਰ 'ਤੇ ਲਾਗੂ ਨਹੀਂ ਹੁੰਦਾ ਸੀ।
गल समझ आई? नहीं होंदी सी। हाँ, जम्मू कश्मीर के उपर नहीं लागू होंदी सी, उन्होंने अपना सिस्टम सी, एक लैवल सी, मैं तुहानूं कल दिखाया नहीं सी, इक्को ही लैवल सी, पर हुण खत्म हो चुका है। हुण एक नॉर्मल यूटी की तरह चलूगा, 2 यूटियां बन गई जम्मू कश्मीर ते लद्दाख। सगों उन्होंने लैफ्टिनेंट गवर्नर भी अलग अलग रखे ने ना, आप पढ़िया सी हुंदा जी। इसकी नियुक्ति कौन करता? चीफ इलैक्शन कमिश्नर ही करता, ठीक है। उस राज की सरकार दे नाल डिस्कस करता, उस हिसाब नाल करता। जिवें जो हुण मान लो इन्हां दी सर्विस कंप्लीट हो गई, रिटायर हो गए मान लो, ये वैसे तो यंग ने, मैनूं लगता नहीं हैगा ज़्यादा उम्र होगी इन्हां दी, पर फिर भी जो मान लो इन्हां दा काज इन्हां नूं चेंज करना तो राज सरकार नाल गल करनगे। राज सरकार कौन? चीफ मिनिस्टर नाल गल करके जिहड़ा साडे चीफ इलैक्शन कमिश्नर ने अरोड़ा जी, वो पुछणगे कि हाँ जी सर किहनूं लाइए। चलो हुंदी है सलाह तो। अच्छा, हरेक डिस्ट्रिक्ट लैवल पर होंदा रिटर्निंग अफसर, RO, इहनूं कहंदे ने DRO, डिस्ट्रिक्ट रिटर्निंग अफसर। ये DC होंदा, DC पूरे जिले का इलैक्शन के उपर जिहड़ा इस दी कंट्रोल होंदा पूरे जिले का। ये तो नीचे फिर RO होंदे ने, SDM होंदे ने। हाँ तो DC हो गया, ये SDM हो गए। सर बस ये तो पता लग रहा है नाम तो क्लियर है। हाँ सर नीचे इलैक्टोरल रजिस्ट्रेशन अफसर, उस तो बाद BLO बूथ लैवल अफसर, फिर प्रिजाइडिंग अफसर होंदे ने, जिहड़ा पूरा पोलिंग स्टेशन नहीं होंदा ਉਹਦਾ पूरा हैड प्रिजाइडिंग अफसर होंदा, तो हरेक कमरे 'ਚ फिर पोलिंग अफसर लगे होंदे ने। सो इदां ये हरारकी हैगी है, इदां होंदा नॉर्मली, ठीक है जी। हुण मैं नैशनल पार्टीज़ की गल कर रहा सी। नैशनल पार्टीज़ ने साडे देश 'ਚ 6, पहलां 7 होंदियां सी, हुण 6 ने। नैशनल पार्टीज़ नूं आपां पढ़दे हां भी किस तरह इन्हां दी जिहड़ी की कंडीशन है नैशनल पार्टी होने वास्ते। हट गेमां का नाम ही लिखा, तृणमूल कांग्रेस, ठीक है जी। देखो, बहुजन समाज पार्टी बसपा, BJP भारतीय जनता पार्टी लार्जेस्ट पार्टी इन इंडिया, CPI, CPM, INC, NCP। आहा ये जो अलग हुई है, आहा ये जो अलग हुई है, CPM, CPI जो अलग हुई है, ठीक है जी। और जी भारतीय जनता पार्टी है, यह जनता पार्टी तो अलग हुई है, ठीक है ना जी। सो इदा 6 पार्टियां ने, इन्हों का एस्टैबलिशमेंट का ईयर कई बार पूछ लिया जाता, इन्हों ध्यान च रखियो, ठीक है जी। ये तो अपनी मायावती दी है बसपा, हाथी सिंबल है इन्हों का, है ना। BJP अपने मोदी जी हो गए। CPI कम्युनिस्ट पार्टी ऑफ इंडिया का एक निशान है, इन्हों का दाती ते, हाँ वो जो होंगे सिंबल कम्युनिस्ट का, इन्हों का भी वही है बस। ये एक अनाज का वो सिंबल है, अनाज का एक जिवें होंदी नहीं, एक पंखुड़ी नहीं होंदी। INC तुहानूं पता हाथ हैगा। NCP भी तिरंगा हैगा, पर ये घड़ी है तिरंगे दे विच, इन्हां दी तिरंगे च घड़ी है, इन्हां तिरंगे च हाथ है। शरद पवार दी है महाराष्ट्र दी, ठीक है। अच्छा, ये कौन है? पढ़ा चुका मैं इन्हां बारे पहले। ये साडे पंजाब के लीडर ऑफ ओपोजिशन ने, ठीक है ना। आम आदमी पार्टी है ना सैकेंड पार्टी पंजाब च, हरपाल सिंह जी मैं दस सकता। चलो हुण लोक सभा दे विच क्योंकि तुहानूं पता अलग अलग पार्टियां की रिप्रजेंटेशन हैगी है, वैसे आप पढ़ चुके हैं पहला भी। देखो BJP की 303, कांग्रेस की 52, DMK 24, YSR कांग्रेस रेड्डी पार्टी 22, ऑल इंडिया तृणमूल कांग्रेस 22, शिवसेना 18, जनता दल 16, बीजू जनता दल 12, बहुजन समाज पार्टी, बीजू जनता दल हैगा उड़ीसा का पटनायक, TRS हैगी जननायक लोक जनशक्ति पार्टी, NCP समाजवाद पार्टी, अखिलेश यादव वाली। सो पार्टीज हैगियां ने, इन्हों सीटां एक बार निगाह मार लियो, इस तो बाद तीन 2 सीटां ही ने। फिर अकाली दल को जिवें 2 सीटां ने, एक ओनली भगवंत मान, एक 2 वाले में लिखे नहीं है भी, इदा तो बहुत सारिया पार्टीज ने, लेकिन नैशनल पार्टीज ने जिहड़ियां वही 6 ने, इन्हां ध्यान रखियो। चलो नैशनल पार्टी बनने वास्ते इन्हां तिन्नां चों कोई एक कंडीशन मान लो, थोड़ा नैशनल पार्टी बना देंगे। देखो कोई भी कंडीशन, 3 कंडीशन है ना, या तक किसी कोई भी 4 स्टेटां च स्टेट पार्टी हो, वो अलग रूल ने आप पढ़ते हैं, ठीक है जी। दूजे नंबर पर जेकर तुहानूं 2% सीटां मिल गई लोक सभा कितनी सीटां ने 545,
545 का 2% ਕੱਢ ਲਓ, तकरीबन 11 का होगा। ਇਹਦਾ मतलब 11 सीटां ਹੋਣ ਲੋਕ ਸਭਾ 'ਚ। पर वो 3 स्टेटां 'ਚੋਂ फैलियां होण, ऐ नहीं है भी 1 स्टेट 'ਚ। ਹੁਣ देखो ਆਪਾਂ ਹੁਣੇ पढ़िया 11 ਤੋਂ ਬਾਅਦ कई लोग ने है ना, आ बिजू जनता दल भी, आ भी है, फिर इन्हों नैशनल पार्टी क्यों नहीं कहा मैं? एक इक्को ही सीट इक्को ही स्टेट 'चों जिते हुए ने ये, जिवें बिजू दल ये सारिया 12 ਦੇ 12 सीटां उड़ीसा 'चों ही ने। चाहिए कितों ने? घट्टो घट्ट 3 स्टेटां 'चों होण, अलग अलग रिप्रजेंटेशन, पता तो लगे फैली हुई पार्टी है। या फिर 6% वोटां पईयां होण जदों लोक सभा के इलैक्शन होए होण, या असैंबली के इलैक्शन होए होण, उन्हां 'च 6% वोटां पईयां होण, सिर्फ वोटां 6% प्लस 4 सीटां होण तुहाडे कोल लोक सभा दीयां, या फिर आ शर्त है। इन्हां 'चों कोई भी एक शर्त पूरी कर लो जेकर तुसी। अच्छा, ये जिहड़ियां तुहाडीआं वोटां ने, ਇਹ नहीं है भी इक्को ही स्टेट चों 4 स्टेटां च होणीआं चाहीदियां ने, मतलब इदां पूरी फैली होवे पार्टी, फिर ही नैशनल पार्टी बनावांगे। की समझ आया जी? या तो 4 स्टेटां च स्टेट पार्टी बन जाओ, कोई गल नहीं, या फिर कहंदा लोक सभा च 2% सीटां घट्टो घट्ट 3 स्टेटां च फैलियां होईयां, या फिर 6% वोटां लोक सभा के इलैक्शन च वो भी 3 स्टेटां च वंडियां होईयां एवें फैलियां होणीआं चाहीदियां ने, सॉरी 4 स्टेटां च, या यह असैंबली ते भी चीज़ लागू होंदी है, ਅਤੇ 4 सीटां लोक सभा च होणीआं चाहीदियां ने। सो इन्हां च कोई भी एक शर्त मान लो तुसीं ते तुहानूं की होऊगा, नैशनल पार्टी डिक्लेयर हो जाऊगा। हुण स्टेट पार्टी थोड़ा जिहा होर कंप्रीहेंसिव है, वो 5 रूल ने, ठीक है जी। वैसे ਇਹਦੇ ਉੱਪਰ क्वेश्चन आ सकता है क्योंकि ये टॉपिक थोड़े स्पैशल मैंशन किया पोलीटिकल पार्टीज़ इन इंडिया, ठीक है जी। बाकी जो ਆਪਾਂ ਬਾਕੀ ਉਹ ਪੜਾਂਗੇ ਨਾ, ਮਾਰਕਸਿਜ਼ਮ, ਕਮਿਊਨਿਜ਼ਮ, ਕੈਪੀਟਲਿਜ਼ਮ, ਲਿਬਰਲਿਜ਼ਮ, ਉਹਨਾਂ ਥਿਓਰੀਜ਼ ਦੇ ਰਿਗਾਰਡਿੰਗ ਉਦੋਂ ਵੀ ਆਪਾਂ ਪਾਰਟੀਜ਼ ਬਾਰੇ ਡਿਸਕਸ ਕਰਾਂਗੇ। ਤਾਂ ਹੁਣ ਸਭ ਤੋਂ ਪਹਿਲੀ ਕੰਡੀਸ਼ਨ ਕੀ ਹੈ ਸਟੇਟ ਪਾਰਟੀ ਬਣਨ ਵਾਸਤੇ? ਬਈ ਤੁਹਾਡੇ ਕੋਲ 6% ਵੋਟਾਂ ਹੋਣ ਅਤੇ ਨਾਲ 2 ਸੀਟਾਂ ਹੋਣ ਉਸ ਵਿਧਾਨ ਸਭਾ ਚੋਂ। ਕਲੀਅਰ ਹੈ ਜੀ? ਦੂਜੀ ਸ਼ਰਤ ਕਹਿੰਦਾ ਲੋਕ ਸਭਾ ਦੇ ਜਦੋਂ ਇਲੈਕਸ਼ਨ ਹੁੰਦੇ ਨੇ ਉਦੋਂ 6% ਵੋਟਾਂ ਮਿਲੀਆਂ ਹੋਣ प्लस 1 सीट हो लोक सभा की उस स्टेट चों। तीजे नंबर पर 3% सीटां होण असैंबली दियां 3% सीटां, भी जे पंजाब च 117 सीटां ने, ये 3% तुहानूं मिल गईयां, ठीक है, प्लस या फिर 3 सीटां, या तो 3% सीटां या 3 सीटां विधान सभा दियां, ठीक है। उस तो बाद 1 सीट होवे लोक सभा की हर एक 25 सीटां चों। देखो लोक सभा दे विच 545 सीटां ने, उन्होंने 25 ਨਾਲ भाग कर दो, 25 मगर 1 सीट, ਇਹਦਾ मतलब हो गया 4%। हो गया कि नहीं हो गया? बस 8% वोटां पईयां होण तुहानूं या तो लोक सभा च या उस स्टेट की विधान सभा दी चोणां च 8% वोटां। तो देखो थोड़ा जिहा क्रैमिंग वाला पार्ट है, आपां मंनदे हां, हजे कोई गल नहीं, बहुता टेंशन ना लिओ इस चीज़ की, एक बारी देख लिओ, उस तो बाद नैक्सट टाइम जो पेपर होगा फिर आप होर रिवाइज करांगे, कोई दिक्कत वाली गल नहीं, पेपर के नेड़े जाके रट्टा मार लो, ठीक है। अच्छा अगला टॉपिक है इलैक्शन एक्सपेंडिचर, भी किन्ने पैसे तुसीं खर्च सकते हो जदों वोटां दे विच तुसीं खड़े होंदे हो। तां देखो लोक सभा वास्ते 70 लाख है, वड्डियां स्टेटां वास्ते, वड्डियां स्टेटां वास्ते लोक सभा च किन्ना जी 70 लाख, अते छोटियां स्टेटां वास्ते किन्ना 54 लाख। छोटी स्टेट जिवें गोवा, अरुणाचल, मिजोरम, ये छोटियां स्टेटां ने, ठीक है जी। ਅਤੇ ਜਦੋਂ असैंबली के इलैक्शन होंगे ने विधान सभा के उदों 28 लाख है बड़िया स्टेटां वास्ते, छोटिया स्टेटां वास्ते 20 लाख। क्लीयर है जी? पर दिल्ली नूं बड़ी स्टेट मन्निया जाता, दिल्ली ते आ चीज़ लागू होंदी है, गल समझ आई? होरना स्टेटां च जे तुसीं लोक सभा के कैंडिडेट खड़े होंदे हो, मान लो पंजाब च पटियाला की सीट है, मान लो तुसीं इत्थे 70 लाख रुपए तक खर्च कर सकते हो, तो ज़्यादा नहीं, इस तो बाद फिर थोड़े तो केस हो जाऊगा, तुसीं डिसकुआलीफाई हो जाओगे। कल्ली कल्ली चीज़ का हिसाब देना पैंदा, कल्ली कल्ली चाह का हिसाब देना पैंदा जी, कल्ली कल्ली चाह का। जे तुसीं कोई रैली कर रहे हो ना, तुसीं दो ना दो, जिहड़ा SDM नहीं होंदा, मतलब जिहड़ा थोड़े एरिए का, जिवें MLA के केस MP के केस DC सीधा रखूगा हिसाब, उन्हें बंदे छड्डे होंदे ने, हरेक रैली च आके कापी पेन लैके खड़े होंदे ने, नोट कर रहे होंदे ने, इन्हें एक तो चाह पिलाई है, एक ब्रैड पकौड़ा खवाया, इन्नियां कुर्सियां लगियां ने, इन्ने मैट लगे ने, इन्ना टेंट है, आ DJ का खर्चा, आ सिंगर वाला है,
इन्ने परचे पवाए ने, आ साउंड का खर्चा, इन्ने परचे वंडे ने सर, इन्ने हिसाब बनते हैं जी। 1.5 लाख 2 लाख रुपया तो सर इन्हें इस रैली ते लाया जी, इदा करते हैं। साडा एक उम्मीदवार खड़ा होया इलैक्शन च, असी ना ब्राउशर जे बनवाए मशहूरी करने वास्ते। ब्राउशर होंगे ने जिवें मान लो एक पेपर में फोल्ड करके 3-4 फोल्ड मार दो उहदे, ठीक है ना। ਉਹਦੀ कीमत हैगी सी 3.5 रुपए या 4 रुपए का बन गया सी ਉਹ। पर इलैक्शन कमीशन का अपना रजिस्टर होंदा, गैजेट होंदा, उह लिखिया होंदा भी जे तुसीं बाई फोल्ड या ट्राई फोल्ड ब्राउशर बनाओगे तो असीं तुहानूं 10 रुपए का ही मन्नांगे। असीं तो 10 रुपए का ही मन्नांगे। उहनूं गिणती भी लिखानी पैंदी है, जो बचपन में लिखिया नहीं होंदा इन्ने हज़ार छपवाई, है ना। तो फिर इलैक्शन कमीशन अपने हिसाब नाल फिर असीं जो गए उत्थे हिसाब देण सारा, मतलब 1-2 दिन बाद डेली या हफ्ते एक बारी देना पैंदा हिसाब उस पूरे समय के दौरान, कैंपेनिंग के दौरान। 1.5-2 महीने टाइम मिलता है कैंपेनिंग करने च, 2 महीने ज़्यादा भी मिल सकते हैं। तो असीं कहा भी सर तुसीं तां 10 रुपए के हिसाब नाल इन्ना खर्चा साडा पाता इस, मान लो असीं 10,000 च पवाए सी, तुसीं 10 रुपए के हिसाब नाल लाता लाख रुपया। हालांकि है तो 4 रुपए का जी सारा, साढ़ा तो 40,000 लगा, 60,000 तुहाडा असीं तुसीं साडा ओह करके वो विधान सभा चोणां सी। वो कहता नहीं जी साडा रूल है, असीं ही लिखांगे, ठीक है कि नहीं। सो कहने का भाव इदा फिक्स होंदा, ये क्वेश्चन आ सकता। लोक सभा के केस 70 लाख 54 लाख, विधान सभा के केस 28 लाख 20 लाख। चलो जी, यूनियन पब्लिक सर्विस कमीशन UPSC आ गया अगली संस्था। इलैक्शन कमीशन खत्म हो गया। हुण सारे क्वेश्चन थोड़े डाउट क्लीयर हो गए इलैक्शन कमीशन के प्रति। नियुक्त कौन करता बोलो, उसकी सर्विस कंडीशन कौन डिसाइड करता, हटाउण का प्रोसैस किहदे नाल दा सेम है। ਅਤੇ बाकी ਜਿਹੜੇ 2 रखे हुए हैं उन्होंने हटाने का प्रोसैस वो नॉर्मल हटा सकते हैं, उन्होंने पुछ के बड़े पुछ के। सैलरी क्या बराबर होंगी है, ठीक है जी। UPSC वो पहली सब तो महत्वपूर्ण संस्था सी साडे देश के लोकतंत्र को कायम करने वास्ते। ये दूजी सब तो महत्वपूर्ण संस्था है, ठीक है जी। क्योंकि साडे देश का हुण पोलीटिकल ढांचा तो बना लिया तुसीं, मैंबर खड़े हो गए, इलैक्शन हो गए, मंत्री तो बन गए, पर हुण काम तो असल च इन्होंने करना ब्यूरोक्रेट्स ने। साडे देश दे विच डेलीबरेटेड लैजिस्लेशन है, मंत्री आप नहीं काम करते। मंत्री पढ़े लिखे होंगे ने बहुत ज़्यादा, कोई पढ़े लिखे नहीं होंगे, कोई पता नहीं एजुकेशन मिनिस्टर 10वीं फेल होवे, वैसे नहीं है। सुख नाल साडे पंजाब दा वधिया पढ़िया लिखा, सेंटर वाले वधिया पढ़े लिखा, पर हो भी तो सकता ही है। कोई क्वालिफिकेशन थोड़ी मैंशन है मंत्री बनने वास्ते कि आप पढ़िया कुछ है या कुछ नहीं पढ़िया। बस 25 साल का होना चाहिए लोक सभा जाना जी या विधान सभा। आर्टिकल 315 तो लैके 323 पार्ट 14, पहला इलैक्शन का पार्ट 15 सी, वो आर्टिकल 324 तो अगला बस नाल दिन स्टार्ट हो जाता ना। हालांकि 323A भी है एक आर्टिकल, जो खत्म होंगे ना, देखो भाग 14 जो खत्म होंगे ना, तो भाग 14A आता एक, ये बारे आप पढ़ांगे अगे जाके। उन्होंने कहते हैं ट्रिब्यूनल्स, ठीक है जी। चलो फिलहाल लोक सेवा संघ आयोग, संघ लोक सेवा आयोग, यूनियन पब्लिक सर्विस कमीशन, भी केंद्र सरकार दी जिन्नियां भर्तियां होंदियां ने सारी UPSC करती है। बड़ी बड़िया पोस्टां, छोटिया मोटिया पोस्टां वास्ते एक होर संस्था बनाई हुई है SSC, स्टाफ सिलेक्शन कमीशन, ठीक है। देखो सर्विस रूल्स होंदे ने सेंट्रल गवर्नमेंट के, वो इन्होंने अपनी सर्विस रूल्स भी किताबों लिखे होंगे ने, पर वैसे संविधान के UPSC बारे जिक्र है। सेंट्रल गवर्नमेंट की कोई भी रिक्रूटमेंट कर सकती है, पर सेंट्रल गवर्नमेंट सारिया रिक्रूटमेंट का काम इन्होंने नहीं देंदी, छोटिया मोटिया तो उन्होंने दे देंदी, इंस्पैक्टर लैवल दियां दा। बड़िया बड़िया जी पोस्टां होंदियां ने ग्रुप A लैवल दियां, वो UPSC को मिलिया हुआ। IAS IPS IFS रेलवे इंजीनियरिंग सर्विसेज मैडिकल अफसर, जिन्हें भी हाई लैवल के अफसर होंगे ने, ग्रुप A ऑफिसर, गैजटेड अफसर। जोड़ा NDA का एग्जाम होंदा है या CDS का एग्जाम होंदा है आर्मी के अफसर भर्ती होने लिए, वो भी यही लेंदे ने पेपर, तुहानूं पता होवे जी, NDA भी यही लेंदे ने, ठीक है। भारत केंद्र की भर्ती एजेंसी है, केंद्र की। पर चलो पहले ये बारे आप पढ़ लिए भी, इन्हों नियुक्त कौन करता, कौन करूगा, राष्ट्रपति करूगा। ये एक चेयरमैन होंदा अते कुछ मैंबर, संविधान च मैंबरों बारे कुछ नहीं दिता गया, पर नॉर्मली 9 तो लैके 11 होंदे ने UPSC के मैंबर, ठीक है जी। तो इनू मिला के मतलब 11 तो बाद नहीं, जनरली नहीं होंगे ने, बाकी राष्ट्रपति की मर्जी, ठीक है जी। तो इन्हों की क्वालिफिकेशन ये होंगी है भी अद्धे मैंबर घट्टो घट्ट ਜਿਹੜੇ ਹੁਣ अद्धे मैंबर जिन्हें भी मैंबर मान लो 10 मैंबर ने, उन्होंने जो अद्धे मैंबर
ਜਿਹੜੇ ਨੇ ਉਹ ਘੱਟੋ ਘੱਟ ਉਹਨਾਂ ਨੂੰ 10-10 ਸਾਲ ਦਾ ਗਵਰਨਮੈਂਟ ਜੋਬ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਕਿਸੇ ਵੀ ਗਵਰਨਮੈਂਟ ਦੇ ਅੰਡਰ, ਭਾਵੇਂ ਸੈਂਟਰ ਭਾਵੇਂ ਸਟੇਟ। ਪਰ ਜਨਰਲੀ ਉਹ ਰਿਟਾਇਰਡ ਬਹੁਤ ਵੱਡੇ ਵੱਡੇ ਅਫਸਰ ਹੁੰਦੇ ਨੇ, DGP ਟਾਈਪ, ਆਰਮੀ ਦੇ ਜਨਰਲ ਟਾਈਪ ਹੁੰਦੇ ਨੇ। ਇਹ ਤਾਂ ਮਿਨੀਮਮ ਹੈ 10 ਸਾਲ ਦਾ ਸਰਕਾਰੀ ਨੌਕਰੀ ਦਾ ਤਜਰਬਾ ਹੈ, ਤਾਂ 10 ਸਾਲ ਵਾਲੇ ਬਥੇਰੇ ਫਿਰਦੇ ਨੇ। ਪਰ ਸਰਕਾਰ ਆਪਣੇ ਬੰਦੇ ਨੂੰ ਲਾ ਦਿੰਦੀ ਹੈ ਜਿਹੜੇ ਖਾਸ ਹੁੰਦੇ ਨੇ, ਮਤਲਬ ਜਿਹੜੇ ਕਾਬਿਲ ਹੁੰਦੇ ਨੇ। ਮੇਰੇ ਸ਼ਬਦਾਂ ਨੂੰ ਤੁਸੀਂ ਪੋਜ਼ੀਟਿਵਲੀ ਲਿਆ ਕਰੋ ਬਾਈ, ਠੀਕ ਹੈ। ਚਲੋ, ਰਾਸ਼ਟਰਪਤੀ ਇਸ ਦੀਆਂ ਹੋਰ ਸ਼ਰਤਾਂ ਨਿਰਧਾਰਿਤ ਕਰ ਸਕਦਾ। ਦੇਖੋ ਇਹਦੀਆਂ ਸ਼ਰਤਾਂ ਵੀ ਕੌਣ ਨਿਰਧਾਰਿਤ ਕਰ ਰਿਹਾ? ਰਾਸ਼ਟਰਪਤੀ, ਠੀਕ ਹੈ ਜੀ। ਅੱਗੇ ਜਾ ਕੇ ਕਿਤੇ ਨਾ ਕਿਤੇ ਸੰਸਦ ਵੀ ਆਊਗਾ, ਮੈਂ ਤੁਹਾਨੂੰ ਦੱਸੂਗਾ। 6 ਸਾਲ 65 ਸਾਲ ਇਲੈਕਸ਼ਨ ਕਮਿਸ਼ਨ ਵਾਸਤੇ ਵੀ ਇਹੀ ਸੀ। ਚਲੋ, ਮੈਂਬਰ ਆਪਣਾ ਅਸਤੀਫਾ ਕਿਹਨੂੰ ਦੇਣਗੇ? ਓਬਵੀਅਸਲੀ ਇਲੈਕਸ਼ਨ ਕਮਿਸ਼ਨ ਵੀ ਰਾਸ਼ਟਰਪਤੀ ਨੂੰ ਦਊਗਾ। ਇਹ ਗੱਲ ਦਾ ਧਿਆਨ ਰੱਖਿਓ, ਜਿਹੜੀ ਰਿਮੂਵਲ ਅਥਾਰਟੀ ਹੁੰਦੀ ਹੈ ਨਾ, ਉਹ ਕਦੇ ਵੀ ਅਪੁਆਇੰਟਿੰਗ ਅਥਾਰਟੀ ਤੋਂ ਘੱਟ ਨਹੀਂ ਹੋ ਸਕਦੀ। ਜਿਹਨੂੰ ਰਾਸ਼ਟਰਪਤੀ ਨੇ ਨਿਯੁਕਤ ਕਰਤਾ, ਇਹ ਨਹੀਂ ਹੈਗਾ ਵੀ ਉਹਨੂੰ ਰਾਜਪਾਲ ਹਟਾ ਦੂਗਾ, ਰਾਸ਼ਟਰਪਤੀ ਹਟਾਊਗਾ। ਇਹ ਹੋ ਸਕਦਾ ਵੀ ਨਿਯੁਕਤ ਰਾਜਪਾਲ ਨੇ ਕੀਤਾ ਸੀ, ਹਟਾਊਗਾ ਰਾਸ਼ਟਰਪਤੀ। ਇਹ ਤਾਂ ਹੁੰਦਾ ਵੀ ਹੈ ਸਟੇਟ ਇਲੈਕਸ਼ਨ ਤੇ ਸਟੇਟ ਫਾਈਨਾਂਸ ਕਮਿਸ਼ਨ ਦੇ ਕੇਸ 'ਚ। ਮਤਲਬ ਜੇ ਵੱਡੇ ਦਾ ਹੱਥ ਹੈ ਸਿਰ ਤੇ, ਤਾਂ ਛੋਟਿਆਂ ਦੀ ਕੋਈ ਪਰਵਾਹ ਨਹੀਂ। ਗੱਲ ਸਮਝ ਆਈ? ਵੱਡੇ ਹੀ ਹਟਾ ਸਕਦਾ ਖੁਦ, ਜੇ ਖੁਦ ਜਾਓ ਤਾਂ ਉੱਪਰ। ਕਲੀਅਰ ਹੈ ਜੀ? ਹਟਾਉਣ ਦਾ ਤਰੀਕਾ ਦੇਖੋ, ਆਹ ਸਾਰੇ ਗਰਾਊਂਡ ਦਿੱਤੇ ਹੋਏ ਨੇ। ਇਨਸੋਲਵੈਂਟ, ਪੇਡ, ਇਨਫਰਮਿਟੀ ਆਫ ਮਾਈਂਡ ਐਂਡ ਬੋਡੀ, ਇਹਨਾਂ ਕੇਸਾਂ 'ਚ ਤਾਂ ਰਾਸ਼ਟਰਪਤੀ ਆਪਣੇ ਆਪ ਹਟਾ ਸਕਦਾ, ਉਹਨੂੰ ਕੋਈ ਦਿੱਕਤ ਨਹੀਂ। ਪਰ ਜੇ ਮਿਸਬਿਹੇਵੀਅਰ ਹੈ, ਮਿਸਬਿਹੇਵੀਅਰ ਮਤਲਬ ਉਹਨੇ ਕੁਛ ਗਲਤ ਵਿਵਹਾਰ ਕੀਤਾ, ਆਪਣੇ ਪਦ ਦਾ ਗਲਤ ਫਾਇਦਾ ਉਠਾਇਆ, ਇਸ ਕੇਸ ਦੇ ਵਿੱਚ ਸੁਪਰੀਮ ਕੋਰਟ ਦੀ ਇਨਕੁਆਇਰੀ ਹੁੰਦੀ ਹੈ। ਫਿਰ ਇੱਕ ਮੀਟਿੰਗ ਹੁੰਦੀ ਹੈ, ਸੁਪਰੀਮ ਕੋਰਟ ਦੇ ਜੱਜ ਡਿਸੀਜ਼ਨ ਦਿੰਦੇ ਨੇ। ਫਿਰ ਜਿਵੇਂ ਉਹ ਕਹਿੰਦੇ ਨੇ ਰਾਸ਼ਟਰਪਤੀ ਨੂੰ ਉੱਦਾਂ ਮੰਨਣੀ ਪੈਂਦੀ ਹੈ। ਇਲੈਕਸ਼ਨ ਕਮਿਸ਼ਨ ਦੇ ਕੇਸ 'ਚ ਤਾਂ ਜੇ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਹਟਾਉਣਾ ਹੈ, ਫਿਰ ਤਾਂ ਸੁਪਰੀਮ ਕੋਰਟ ਦੇ ਜੱਜ ਨੂੰ ਜਿਵੇਂ ਆਪਾਂ ਹਟਾਉਂਦੇ ਹਾਂ, ਠੀਕ ਹੈ ਜੀ, ਉਹਦਾ ਪ੍ਰੋਸੈਸ ਤੁਹਾਨੂੰ ਪਤਾ ਹੈ। UPSC ਦੇ ਜੇ ਚੇਅਰਮੈਨ ਜਾਂ ਮੈਂਬਰ ਨੂੰ ਹਟਾਉਣਾ, ਇਹ 'ਚ ਸਾਰਿਆਂ ਨੂੰ ਸਿਕਿਉਰਿਟੀ ਆਫ ਟੈਨਿਓਰ ਮਿਲਿਆ ਹੋਇਆ, ਉਹ 'ਚ ਤਾਂ ਇਕੱਲੇ ਉੱਪਰਲੇ ਨੂੰ ਮਿਲਿਆ ਹੋਇਆ ਸੀ। ਹੁਣ ਇਹ 'ਚ ਜੇ ਕਿਸੇ ਨੂੰ ਵੀ ਹਟਾਉਣਾ, ਜੇ ਤਾਂ ਇਹਨਾਂ ਗਰਾਊਂਡਸ ਦੇ ਉੱਪਰ ਹਟਾਉਣਾ, ਫਿਰ ਤਾਂ ਰਾਸ਼ਟਰਪਤੀ ਹਟਾ ਦੂਗਾ। ਜੇ ਮਿਸਬਿਹੇਵੀਅਰ ਦੇ ਉੱਪਰ ਹਟਾਉਣਾ, ਤਾਂ ਫਿਰ ਰਾਸ਼ਟਰਪਤੀ ਜਿਹੜਾ ਹੈਗਾ ਉਹ ਸੁਪਰੀਮ ਕੋਰਟ ਕੋਲੋਂ ਸਲਾਹ ਲਊਗਾ। ਸੁਪਰੀਮ ਕੋਰਟ ਕਮੇਟੀ ਬਿਠਾਊਗੀ, ਉਸ ਕਮੇਟੀ ਦੇ ਆਧਾਰ 'ਤੇ ਜੋ ਇਨਕੁਆਇਰੀ ਉਹਨੇ ਦਿੱਤੀ, ਫਿਰ ਰਾਸ਼ਟਰਪਤੀ ਨੂੰ ਗੱਲ ਮੰਨਣੀ ਪਊਗੀ, ਫਿਰ ਉਹ ਨਕਾਰ ਨਹੀਂ ਸਕਦਾ। ਬਈ ਇਹ ਪ੍ਰੋਸੈਸ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਜੱਜਾਂ ਨੂੰ ਹਟਾਉਣ ਤੋਂ ਥੋੜ੍ਹਾ ਵੱਖਰਾ ਪ੍ਰੋਸੈਸ ਹੈ। ਉਹ ਤਾਂ ਪਾਰਲੀਮੈਂਟ 'ਚ ਹੁੰਦਾ ਸਾਰਾ ਕੁਛ। ਕਲੀਅਰ ਹੈ? ਸੰਘ ਲੋਕ ਸੇਵਾ ਆਯੋਗ ਜਿਹੜਾ ਹੈਗਾ ਸਿਰਫ ਸਲਾਹ ਦਿੰਦਾ ਕੇਂਦਰ ਨੂੰ, ਵੀ ਆਹ ਦੇਖੋ ਜੀ ਅਸੀਂ ਪੇਪਰ ਲਿਆ। ਦੇਖੋ ਕੇਂਦਰ ਸਰਕਾਰ ਹੈ, ਉਹਨਾਂ ਦਾ ਇੱਕ ਡਿਪਾਰਟਮੈਂਟ ਹੈ, ਡਿਪਾਰਟਮੈਂਟ ਆਫ ਪਰਸੋਨਲ, ਠੀਕ ਹੈ ਨਾ, ਜਿਹੜਾ ਕਿ ਭਰਤੀਆਂ ਕਰਦਾ। ਜਦੋਂ ਵੀ ਪੋਸਟਾਂ ਆਉਂਦੀਆਂ ਨੇ, ਡਿਪਾਰਟਮੈਂਟ ਆਫ ਪਰਸੋਨਲ, ਯਾਨੀ ਭਰਤੀ ਡਿਪਾਰਟਮੈਂਟ ਅਲੱਗ ਤੋਂ ਹੁੰਦਾ ਰਿਕਰੂਟਮੈਂਟ ਕਰਨ ਵਾਸਤੇ, ਉਹ ਕਰੂਗਾ ਰਿਕਰੂਟਮੈਂਟ। ਪਰ ਉਹ ਆਪ ਥੋੜ੍ਹੀ ਟਾਈਮ ਹੈਗਾ ਉਹਨਾਂ ਕੋਲ। ਉਹਨਾਂ ਨੇ UPSC ਨੂੰ ਕਹਿ ਦੇਣਾ, ਭਾਈ ਅਸੀਂ ਨਾ ਐਤਕੀ ਸਾਨੂੰ 100 ਤਾਂ IAS ਅਫਸਰ ਦੇ ਦਿਓ, 50 ਸਾਨੂੰ IPS ਅਫਸਰ ਦੇ ਦਿਓ, 200 ਸਾਨੂੰ IRS ਅਫਸਰ ਦੇ ਦਿਓ, ਵਗੈਰਾ ਵਗੈਰਾ ਵਗੈਰਾ। ਸਾਨੂੰ ਇੰਨੇ ਬੰਦੇ ਚਾਹੀਦੇ ਨੇ। UPSC ਕਹੂਗੀ ਠੀਕ ਹੈ ਜੀ, ਅਸੀਂ ਪੇਪਰ ਲੈ ਲੈਂਦੇ ਹਾਂ। ਉਹ ਪੇਪਰ ਲੈ ਲੈਂਦੀ ਹੈ, ਬੰਦੇ ਛਾਂਟ ਕੇ ਦੇ ਦਿੰਦੇ ਆ ਵੀ ਆਹ ਲਓ ਜੀ, ਆਪ ਕਰ ਲਓ ਜੀ ਇਹਨਾਂ ਨੂੰ ਸਿਲੈਕਟ, ਵੀ ਅਸੀਂ ਤਾਂ ਇਹ ਰეკਮੈਂਡ ਕਰਕੇ ਦੇ ਰਿਹਾ। ਉਹ ਤੋਂ ਬਾਅਦ ਸਰਕਾਰ ਚਾਹੇ UPSC ਦੀ ਗੱਲ ਮੰਨੇ ਚਾਹੇ ਨਾ ਮੰਨੇ, ਇਹ ਕੋਈ ਗੱਲ ਨਹੀਂ ਲਿਖੀ ਹੋਈ ਸੰਵਿਧਾਨ 'ਚ ਵੀ ਮੰਨਣੀ ਪਊਗੀ, ਇਹ ਜਿਹਾ ਕੁਛ ਨਹੀਂ ਹੈਗਾ। ਹੁਣ ਤੁਸੀਂ ਕਹੋਗੇ ਫਿਰ ਕੀ ਆਪਣਾ ਬੰਦਾ ਵੀ ਲਾ ਸਕਦੇ ਕੋਈ ਫੜ ਕੇ ਇੱਦਾਂ ਹੀ? ਨਾ, ਉਹ ਫਿਰ ਮੌਲਿਕ ਅਧਿਕਾਰਾਂ ਦਾ ਖੰਡਨ ਹੋਊਗਾ, ਫਿਰ ਉਹ ਕੇਸ ਕੋਰਟ ਹੋਊਗਾ, ਮਤਲਬ ਕੋਰਟ 'ਚ ਕੇਸ ਹੋਊਗਾ, ਫਿਰ ਉਹ ਤਾਂ ਬਹੁਤ ਅੱਗੇ ਤੱਕ ਚਲਾ ਜਾਊਗਾ। ਇੱਦਾਂ ਸਰਕਾਰ ਆਪਣੀ ਮਨਮਰਜ਼ੀ ਨਾਲ ਹੀ ਨਹੀਂ ਕਿਸੇ ਨੂੰ ਚੱਕ ਕੇ IAS ਅਫਸਰ ਲਾ ਸਕਦੀ, ਨਹੀਂ ਲਾ ਸਕਦੀ ਇੱਦਾਂ। ਪਰ ਵੈਸੇ ਜੇ ਕਿਸੇ ਜਗ੍ਹਾ 'ਤੇ ਕਦੇ ਕਦਾਈ ਸਰਕਾਰ ਜੇ UPSC ਦੀ ਸਲਾਹ ਨਹੀਂ ਵੀ ਮੰਨਦੀ, ਤਾਂ ਵੀ ਕੋਈ ਦਿੱਕਤ ਨਹੀਂ। ਸਿਰਫ ਸਲਾਹ ਦੇਣ ਵਾਸਤੇ ਬਣੀ ਹੈ ਸੰਸਥਾ ਇਹ ਵਾਲੀ। ਬੋਲੋ, ਗੱਲ ਸਮਝ ਆਈ? ਬਾਈਂਡਿੰਗ ਨਹੀਂ ਹੁੰਦੀ ਸਰਕਾਰ 'ਤੇ ਦੀ ਸਲਾਹ। ਕਲੀਅਰ ਹੋ ਗਈ ਗੱਲ? ਕਹਿੰਦਾ ਅਖਿਲ ਭਾਰਤੀ ਸੇਵਾਵਾਂ ਹੁੰਦੀਆਂ ਨੇ, ਆਲ ਇੰਡੀਆ ਸਰਵਿਸਿਜ਼। ਕਿਹੜੀਆਂ ਕਿਹੜੀਆਂ ਹੁੰਦੀਆਂ ਉਹ 'ਚ? ਆਲ ਇੰਡੀਆ ਸਰਵਿਸ 'ਚ IAS, IPS, IFS, ਉਹਨਾਂ ਦੀ ਭਰਤੀ ਕਰਦੀ ਹੈ। ਜੇ ਰਾਜ ਬੇਨਤੀ ਕਰਨ ਵੀ ਸਰ UPSC ਨੂੰ ਕਹਿਣ ਵੀ ਹਾਂਜੀ UPSC ਜੀ ਸਾਡੇ ਰਾਜ 'ਚ ਆ ਕੇ ਨਾ ਜੀ ਰਿਕਰੂਟਮੈਂਟ ਕਰ ਦਿਓ, ਸਾਡੇ ਤੋਂ ਨਹੀਂ, ਸਾਡੇ ਤੋਂ ਮਤਲਬ ਤੁਹਾਨੂੰ ਪਤਾ ਨਾ PCS ਅਫਸਰਾਂ ਦੀ ਭਰਤੀ ਸਟੇਟ ਆਪਣੇ ਆਪ ਕਰਦੀ ਹੈ। ਇਹ ਤਾਂ IAS ਭਰਤੀ ਕਰਦੀ ਹੈ, ਸਟੇਟ PCS ਕਰਦੀ ਹੈ। PCS ਦੀ ਭਰਤੀ ਕੌਣ ਕਰਦੀ ਹੈ? PPSC ਕਰਦੀ ਹੈ ਨਾ। ਅਤੇ ਇਹ ਜਿਹੜੇ ਨੇ ਸਟੇਟਾਂ, ਮੰਨ ਲਓ ਸਟੇਟਾਂ ਖੁਦ ਨਹੀਂ ਕਰਾ ਪਾ ਰਹੀਆਂ PCS ਦਾ ਪੇਪਰ ਕਿਸੇ ਕਾਰਨ ਕਰਕੇ, ਤਾਂ ਸਟੇਟਾਂ UPSC ਨੂੰ ਰਿਕੁਐਸਟ ਵੀ ਕਰ ਸਕਦੀਆਂ ਨੇ ਵੀ ਤੁਸੀਂ ਸਾਡਾ ਪੇਪਰ ਲੈ ਲਓ ਜੀ, ਤਾਂ ਫਿਰ ਇਹਦੀ ਮਰਜ਼ੀ ਉਹ ਲੈਣਾ ਚਾਹੇ ਤਾਂ ਲੈ ਸਕਦੀ।
फिर वो राष्ट्रपति की सलाह लैनी पैंदी इहनूं भी UPSC नूं सलाह जो उन्हें देती तो फिर ठीक है जो कि करो। ठीक है जी। मुलाजमां की भर्ती ट्रांसफर तरक्की वो सारे नाल संबंधित कानून ਜਿਹੜੇ IAS अफसर होंगे ने या जिन्हें भी अफसरां नूं जिन्होंने भर्ती किया कल नूं जदों उन्होंने प्रमोशन करनी है या उन्होंने ट्रांसफर करनी है या उन्होंने हटाउणा है बरखास्त करना है या सस्पेंड करना है उन्हां सारियां च सरकारां ने जिहड़ियां इन्हां दी सलाह लैंदियां ने। गल समझ आई। संसद इन्हां इसनूं कोई होर जिम्मेवारियां भी दे सकती है। हुण होर जिम्मेवारियां कंडीशनां इहदियां राष्ट्रपति बनाऊगा पर जो कोई होर जिम्मेवारी देने तो संसद दे विच वो दित्ती जा सकती है। ठीक है जी। जिन्ने भी संविधानिक अदारे ने ना जिन्ने कि मैं हुण तुहानूं पढ़ाई इलैक्शन कमीशन तो UPSC ये हरेक साल अपनी रिपोर्ट राष्ट्रपति नूं दिंदे ने। राष्ट्रपति उस रिपोर्ट नूं दोनों सदनां च रखदा लोक सभा ते राज्य सभा च। ये गल दा ध्यान रखियो। खत्म हो गई UPSC। एक स्टेट पब्लिक सर्विस कमीशन होंदा जिवें पंजाब दा UPSC तो मैं फर्क दस देना। UPSC 6 साल 65 साल है वो 6 साल 62 साल है। एक गल UPSC की होर बहुत महत्वपूर्ण सुन लो मैं तुहानूं दस्सिया नहीं हुण सुन। UPSC दे विच जे कोई बंदा एक बारी मैंबर बन गया या चेयरमैन बन गया वो फिर किसी होर गवर्नमेंट जॉब तो नहीं जा सकता। ये गल मेरे ख्याल लिखी हुई सी लिखी हुई सी। ठीक है। इस दे मैंबर रिटायरमेंट तो बाद कोई होर पेशा या नौकरी नहीं कर सकता। हाँ ऐ हो सकता है भी UPSC का एक मैंबर हैगा सी हजे मान लो वो पाया थोड़ा टाइम उन्होंने UPSC का ही चेयरमैन बना सकते आपां वो तो बना ही सकते हैं या फिर उन्होंने किसी होर स्टेट पब्लिक सर्विस कमीशन का चेयरमैन बना सकते हैं। ये गल ध्यान रखियो। पर उत्थे एज का चक्कर बनता जिवें इहदी एज 65 साल है ना रिटायरमेंट की वो 62 साल होंदी है हुंदा वो भी 6 साल 62 साल। सर जिवें सुप्रीम कोर्ट का जज रिटायर होने तो बाद मतलब वो तो किते वकालत नहीं कर सकता बस वो सुप्रीम कोर्ट च आ सकता टैंपररी तौर पर एड होक बेस ते। इत्थे इत्थे यह जी कोई गल नहीं हैगी भी एड होक बेस ते आऊगा यह कोई सिस्टम नहीं हैगा। 65 साल तो बाद गया बस ऐ भी जे तुसीं मैंबर सीगे थोड़े टाइम वास्ते चेयरमैन बन सकते हो जब तक 65 साल के होंदे बस 65 साल के हो गए फिर तक कहानी खत्म मुक गई फिर तो कुछ हो ही नहीं सकता। इस तो इलावा तुसीं कोई होर जॉब भी नहीं कर सकते। उस तो लिखा सी भी सुप्रीम कोर्ट का जज प्रैक्टिस नहीं कर सकता किसी कोर्ट च काम करन नूं कर ले कोई होर। ठीक है जी। क्लीयर है सारे पॉइंट क्लीयर हो गए। कोऑपरेटिव सोसाइटी देखो कोऑपरेटिव सोसाइटियां बारे साडे संविधान दे विच जिहड़ी पहला कोई ओरिजिनली वैसे स्टेट लिस्ट तो बिलोंग करते हैं साडी स्टेटां दी एंट्री नहीं कि 32 नंबर एंट्री है 7वें शेड्यूल च पावरां नहीं बनिया हुई सूचियां केंद्र सूची राज सूची सांझी सूची आह स्टेट की जिम्मेवारी बनती सी लोगों की भलाई लई अते जिहड़े स्टेट कोले रिसोर्सिस ने वो लोगों के वंडन के लिए कोऑपरेटिव सोसाइटियां बनाई जा सकदियां ने। वो बनाउंदियां कि नहीं बनाउंदियां उन्हां दी मर्जी। हुण सब सेंटर ने एक रूल पास करता एक संशोधन पास करता 97वां संशोधन 97th अमेंडमेंट सन 2001 दे विच 2011 दे विच जिहदे नाल इन्हां दियां कुछ शर्तां कुछ चीज़ां फिक्स करतियां भी आह मनना पਊਗਾ तुहानूं एक यूनीफॉर्माइजेशन लियाउण वास्ते की गई है। ठीक है जी। हुण देखो भी जी बनाउणी है तो इस तरह बनाउणी है। ठीक है ना। हुण देखो इन्हां दा उद्देश नागरिकां दी आर्थिक ते समाजिक तरक्की अते संसाधनां दी एक समान वंड करना हुंदा। हुण इहदी सारियां प्रोविजनां आपां पढ़ लैंदे आ इह चों क्वेश्चन घੱਟ आउंदा हुंदा ये जो क्वेश्चन आउण दी उम्मीद बहुत घੱਟ है पर फिर जिन्नियां चीज़ां इह च हैगीआं मैं तुहानूं दस देना। 97वां संशोधन 2000 ठीक है जी। अनुच्छेद 19 दे विच एक तां चेंज किया गया इहदे नाल पहलां सानूं कुछ मतलब ऑर्गेनाइजेशनस वगैरह बनाने का अधिकार होंदा सी आर्टिकल 19 के तहत हुण सानूं कोऑपरेटिव सोसाइटी बनाने का अधिकार भी मिल गया। ठीक है ना। आर्टिकल 19 जे तुसीं पढ़ोगे उस बहुत कुछ लिखा हुआ है वो ये भी ऐड हो गया सी इहदे नाल ही। 43B नवां डायरैक्टर प्रिंसीपल पै गया याद है ये तो पढ़िया आपां ने गांधीयन दे विच आउंदा ना ये। अच्छा भाग 9 भी पाया गया आर्टिकल 243 ZH तो लैके ZT तक देखो कितना लंबा खिंच गया आर्टिकल 243। पंचायतों भी यही सी म्यूनसिपैलिटियां भी यही सी कोऑपरेटिव सोसाइटियां भी यही है। कहना कोऑपरेटिव सोसाइटी का गठन विधान सभा की हथ सारिया पावरां ने ये तो अगे आ गया है 243 है। ठीक है वही अगे खिंच गया ना सॉरी
एक मिनट दिओ, आ प्रिंटर बंद कर दिओ। चल रहा सी ना है रविंदर? हाँ हाँ मैम जिदा एज ए विश, मैं मैंने कोई प्रॉब्लम नहीं। चलो कोऑपरेटिव तुसी यू कैन टेक अ राउंड इफ यू वांट, ठीक है ना। देखो मैं तुहानूं दस्सिया कि 97वां संशोधन सीगा जिहड़ा ओह कोऑपरेटिव सोसाइटियां उन्होंने की करता, कॉन्स्टिट्यूशनलाइज करता। आर्टिकल 19 243 ZH तो ZT, ठीक है। अच्छा उस तो बाद गल ये है ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਜਿਹੜੀ ਮੇਨ ਗੱਲਾਂ ਮੈਂ ਤੁਹਾਨੂੰ ਦੱਸ ਦਿੰਦਾ ਬਈ, ਵੱਧ ਤੋਂ ਵੱਧ ਕੋਆਪਰੇਟਿਵ ਸੁਸਾਇਟੀ ਦੇ ਵਿੱਚ 21 ਡਾਇਰੈਕਟਰ ਹੋ ਸਕਦੇ ਨੇ, 21 ਡਾਇਰੈਕਟਰ, 21 ਡਾਇਰੈਕਟਰ ਹੋ ਸਕਦੇ ਨੇ ਕੋਆਪਰੇਟਿਵ ਸੁਸਾਇਟੀ ਦੇ ਵਿੱਚ। ਤੇ ਇਹਦੇ ਵਿੱਚ ਕੁਝ ਕੋਆਪਟਡ ਮੈਂਬਰ ਵੀ ਹੋ ਸਕਦੇ ਨੇ, 2 ਮੈਂਬਰ ਆਪਾਂ ਹੋਰ ਪਾ ਸਕਦੇ ਆ, ਠੀਕ ਹੈ, ਜਿਹੜੇ ਕਿ ਪਰ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਮਿਲਦਾ। ਗੱਲ ਸਮਝ ਆਈ? ਦੂਜੀ ਗੱਲ SC ST ਵਾਸਤੇ ਅਤੇ ਵਮਨ ਵਾਸਤੇ ਚ ਵੀ ਜਿਹੜੀ ਹੁੰਦੀ ਹੈ ਉਹ ਰਿਜ਼ਰਵੇਸ਼ਨ ਹੁੰਦੀ ਹੈ। SC SC ਅਤੇ ST ਵਾਸਤੇ ਇੱਕ ਇੱਕ ਸੀਟ, ਯਾਨੀ ਇੱਕ ਇੱਕ ਹੋ ਗਏ ਦੋਨੋਂ। ਜਾਂ ਫਿਰ ਜੇ ਕਈ ਵਾਰੀ ਮੰਨ ਲਓ ਕੀ ਹੁੰਦਾ ST ਹੈ ਹੀ ਨਹੀਂ ਉਸ ਸਟੇਟ 'ਚ, ਫਿਰ ਉਹ ਬਸ ਉਹ 2 ਮਿਲ ਜਾਂਦੀਆਂ ਉਹਨਾਂ ਨੂੰ, ਠੀਕ ਹੈ ਨਾ। ਇਹ ਤੋਂ ਇਲਾਵਾ 2 ਸੀਟਾਂ ਔਰਤਾਂ ਵਾਸਤੇ, ਵਮਨ ਵਾਸਤੇ 2 ਸੀਟਾਂ, ਤਾਂ ਇਹ ਵੀ 2 ਹੋ ਗਏ ਟੋਟਲ, ਇਹ ਵੀ 2 ਹੋ ਗਏ। ਇਹਨਾਂ ਨੂੰ ਰਿਜ਼ਰਵ ਕੀਤਾ ਜਾ ਸਕਦਾ। ਕਾਲ ਇਹਨਾਂ ਦਾ ਵੀ 5 ਸਾਲ ਹੁੰਦਾ, ਕੋਆਪਰੇਟਿਵ ਸੁਸਾਇਟੀਆਂ ਦਾ ਕਾਲ ਵੀ 5 ਸਾਲ ਹੁੰਦਾ, ਠੀਕ ਹੈ। ਤੇ ਹੁਣ ਇਹਦੇ 'ਚ ਕੀ ਹੈ, ਜਿਹੜੇ 2 ਬੰਦੇ ਐਕਸਟਰਾ ਪਾਣੇ ਆ ਨਾ ਉਹ ਬੈਂਕਿੰਗ ਦੇ ਖੇਤਰ 'ਚ ਹੋਣੇ ਚਾਹੀਦੇ ਆ। ਹੁਣ ਕੁਐਸਚਨ ਕੀ ਆ ਸਕਦਾ ਵੀ ਕੋਆਪਰੇਟਿਵ ਸੁਸਾਇਟੀ ਕਦੋਂ ਆਈ? 97 ਸੰਸ਼ੋਧਨ ਸਨ 2011, ਕਨਸਟੀਟਿਊਸ਼ਨਲ ਅਮੈਂਡਮੈਂਟ ਸਨ 2011। ਜਿਹੜਾ ਹੈਗਾ ਕਿਹੜਾ ਸਬਜੈਕਟ ਸੀਗਾ ਇਹ? ਪਹਿਲਾਂ ਸਟੇਟ ਸਬਜੈਕਟ ਸੀਗਾ। ਯੈਸ ਸਰ। ਐਂਟਰੀ ਕਿਹੜੀ ਸੀ? 32 ਸਟੇਟ ਲਿਸਟ ਦੀ। ਯੈਸ ਸਰ। ਇਹਦੇ ਨਾਲ ਇੱਕ ਤਾਂ ਆਰਟੀਕਲ 19 ਦੇ ਵਿੱਚ ਚੇਂਜ ਆਇਆ, ਆਰਟੀਕਲ 43B ਪਿਆ ਅਤੇ ਪਾਰਟ 9B ਪਿਆ। ਯੈਸ ਸਰ। ਇਹ 'ਚ 21 ਡਾਇਰੈਕਟਰ ਹੋ ਸਕਦੇ ਨੇ, 2 ਕੋਆਪਟਡ ਡਾਇਰੈਕਟਰ ਹੋ ਸਕਦੇ ਨੇ। ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ। ਕੋਆਪਰੇਟਿਵ ਸੁਸਾਇਟੀਆਂ ਦਾ ਕਾਲ ਜਿਹੜਾ ਹੈਗਾ 5 ਸਾਲ ਹੋਏਗਾ। ਹੁਣ ਦੇਖੋ ਕੋਆਪਰੇਟਿਵ ਸੁਸਾਇਟੀਆਂ ਦੇ ਰਿਗਾਰਡਿੰਗ ਹੋਰ ਜਿੰਨੀਆਂ ਵੀ ਪਾਵਰਾਂ ਨੇ ਉਹ ਸਾਰੀਆਂ ਸਟੇਟ ਗਵਰਨਮੈਂਟ ਨੂੰ ਮਿਲੀਆਂ ਹੋਈਆਂ ਨੇ, ਠੀਕ ਹੈ। ਕਿਹੜੀਆਂ ਕਿਹੜੀਆਂ ਪਾਵਰਸ ਨੇ? 1 ਮਿੰਟ ਆ ਵਿਜ਼ੀਬਲ ਹੋ ਲੈਣ ਦਿਓ। ਇੱਕ ਤਾਂ ਇਹਨਾਂ ਦੇ ਇਲੈਕਸ਼ਨ ਜਿਹੜੇ ਹੁੰਦੇ ਨੇ ਉਹ ਸਟੇਟ ਗਵਰਨਮੈਂਟ ਹੀ ਕਰਾਉਂਦੀ ਹੈ, ਉਹ ਹੁਣ ਉਹਦੀ ਮਰਜ਼ੀ, ਉਹ ਕਿਤੋਂ ਮਰਜ਼ੀ ਕਰਵਾ ਲੇ, ਠੀਕ ਹੈ। ਦੂਜੀ ਗੱਲ ਇਹਨਾਂ ਨੂੰ ਭੰਗ ਨਹੀਂ ਕੀਤਾ ਜਾ ਸਕਦਾ। ਭੰਗ ਤਾਂ ਹੀ ਕੀਤਾ ਜਾ ਸਕਦਾ ਜੇ ਕੋਆਪਰੇਟਿਵ ਸੁਸਾਇਟੀਆਂ 'ਚ ਕੋਈ ਕਰਪਸ਼ਨ ਹੁੰਦੀ ਹੈ ਜਾਂ ਮਾਲ ਐਡਮਿਨਿਸਟ੍ਰੇਸ਼ਨ ਕਰਕੇ ਵੀ ਕੰਮ ਨਹੀਂ ਹੋ ਪਾ ਰਿਹਾ। ਬਾਕੀ ਕੋਆਪਰੇਟਿਵ ਸੁਸਾਇਟੀਆਂ ਨੂੰ ਹਰ ਸਾਲ 'ਚ ਇੱਕ ਵਾਰੀ ਰਿਟਰਨ ਭਰਨੀ ਪੈਂਦੀ ਹੈ, ਉਹ 'ਚ ਉਹਨਾਂ ਨੂੰ ਮੈਂਸ਼ਨ ਕਰਨਾ ਪੈਂਦਾ ਵੀ ਅਸੀਂ ਕੀ ਕੰਮ ਕੀਤੇ 1 ਸਾਲ ਦੇ ਦੌਰਾਨ, ਠੀਕ ਹੈ ਨਾ। ਤੇ ਜਦੋਂ ਭੰਗ ਹੋ ਜਾਂਦੀ ਹੈ ਕੋਆਪਰੇਟਿਵ ਸੁਸਾਇਟੀ ਤਾਂ 6 ਮਹੀਨਿਆਂ ਦੇ ਅੰਦਰ ਅੰਦਰ ਇਲੈਕਸ਼ਨ ਕਰਾਉਣੇ ਜ਼ਰੂਰੀ ਨੇ। ਗੱਲ ਸਮਝ ਆਈ? ਆ ਸਾਰੀਆਂ ਗੱਲਾਂ ਮੈਂ ਤੁਹਾਨੂੰ ਦੱਸਤੀਆਂ ਨੇ, ਇਹ ਲਿਖੀਆਂ ਹੋਈਆਂ ਨੇ ਇੱਥੇ। ਕੋਆਪਰੇਟਿਵ ਸੁਸਾਇਟੀਆਂ ਜਿਹੜੀਆਂ ਨੇ ਉਹਨਾਂ ਦੀ ਆਡੀਟਿੰਗ ਹੁੰਦੀ ਹੈ, ਜਿਹੜੀ ਵਿਧਾਨ ਸਭਾ ਹੁੰਦੀ ਹੈ ਨਾ, ਕਿਉਂਕਿ ਸਟੇਟ ਦਾ ਸਬਜੈਕਟ ਹੈ। ਬਸ ਕੇਂਦਰ ਨੇ ਤਾਂ ਕੁਝ ਕੁ ਸ਼ਰਤਾਂ ਲਾਤੀਆਂ ਵੀ ਆਹ ਮੰਨਣੀਆਂ ਪੈਣੀਆਂ ਤੁਹਾਨੂੰ, ਬਾਕੀ ਤੁਸੀਂ ਆਪਣੇ ਹਿਸਾਬ ਨਾਲ ਬਣਾਓ ਕੋਆਪਰੇਟਿਵ ਸੁਸਾਇਟੀਆਂ, ਠੀਕ ਹੈ ਜੀ। ਆਡੀਟਿੰਗ ਹੋਊਗੀ ਸਾਲ 'ਚ 1 ਵਾਰੀ, ਦੱਸਤਾ ਮੈਂ। ਆਡੀਟਿੰਗ ਦੀ ਰਿਪੋਰਟ ਵਿਧਾਨ ਸਭਾ ਕੋਲੇ ਜਾਊਗੀ ਤੇ ਸਾਲ 'ਚ 1 ਵਾਰੀ ਕੋਆਪਰੇਟਿਵ ਸੁਸਾਇਟੀ ਦੀ ਮੀਟਿੰਗ ਹੋਣੀ ਜ਼ਰੂਰੀ ਹੈ, ਠੀਕ ਹੈ ਨਾ। ਹਰ ਮੈਂਬਰ ਨੂੰ ਕੋਆਪਰੇਟਿਵ ਸੁਸਾਇਟੀ ਸੂਚਨਾ ਮਿਲਣੀ ਜ਼ਰੂਰੀ ਹੈ। ਜਿਹੜੇ ਮੈਂਬਰ ਆਪਾਂ ਚੁਣ ਲਏ ਹੁਣ 21 ਮੈਂਬਰ, ਉਹ ਸਾਰਿਆਂ ਨੂੰ ਜਿਹੜਾ ਉੱਥੇ ਦਾ ਚੇਅਰਮੈਨ ਹੈ ਉਹ ਦਊਗਾ। ਹੁਣ ਇਹ 'ਚ ਕੋਈ ਕੁਆਲੀਫਿਕੇਸ਼ਨ ਮੈਂਸ਼ਨ ਨਹੀਂ ਹੈਗਾ, ਸਟੇਟ ਆਪਣੇ ਹਿਸਾਬ ਨਾਲ ਕੁਆਲੀਫਿਕੇਸ਼ਨ ਡਿਸਾਈਡ ਕਰ ਸਕਦੀ ਹੈ ਵੀ ਕਿੰਨੀ ਉਮਰ ਕਿੰਨੀ ਐਂਡ ਆਲ ਦੈਟ, ਕੋਈ ਫਿਕਸ ਨਹੀਂ ਹੁੰਦਾ, ਠੀਕ ਹੈ। ਇਸ ਕਰਕੇ ਇਸ ਟੌਪਿਕ 'ਚੋਂ ਕੁਐਸਚਨ ਆਉਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। 1 ਵਾਰ ਰਿਟਰਨ ਭਰਨੀ ਪੈਂਦੀ ਹੈ, ਉਹ 'ਚ ਦੱਸਣਾ ਪੈਂਦਾ ਰਿਟਰਨ 'ਚ ਵੀ ਕੰਮ ਕੀ ਕੁਛ ਕੀਤੇ ਉਹਨਾਂ ਨੇ। ਵਿਧਾਨ ਸਭਾ ਕੋਆਪਰੇਟਿਵ ਸੁਸਾਇਟੀਆਂ ਦੇ ਸਹੀ ਕੰਮ ਨਾ ਕਰਨ ਤੇ ਜੁਰਮਾਨਾ ਜਾਂ ਹਰਜਾਨਾ ਲਾ ਸਕਦੀ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੀ ਕੋਆਪਰੇਟਿਵ ਸੁਸਾਇਟੀਆਂ ਦੀ ਮਨਜ਼ੂਰੀ ਹੋਣੀ ਚਾਹੀਦੀ ਹੈ, ਪਰ ਰਾਸ਼ਟਰਪਤੀ ਚਾਹੇ ਤਾਂ ਰੋਕ ਸਕਦਾ। ਜਿਵੇਂ ਸਟੇਟਾਂ 'ਚ ਹੁੰਦੀਆਂ ਨਾ ਕੋਆਪਰੇਟਿਵ ਸੁਸਾਇਟੀ, ਉਵੇਂ ਯੂਟੀਆਂ ਦੇ ਵਿੱਚ ਵੀ ਹੁੰਦੀ ਹੈ। ਉਹਦੀ ਪਾਵਰ ਤਾਂ ਪਾਰਲੀਮੈਂਟ ਕੋਲੇ ਹੋਊਗੀ ਸਾਰੀ, ਪਰ ਜੇ ਰਾਸ਼ਟਰਪਤੀ ਚਾਹੇ ਤਾਂ ਕਿਸੇ ਯੂਟੀ ਦੇ ਵਿੱਚ ਕੋਆਪਰੇਟਿਵ ਸੁਸਾਇਟੀ ਨੂੰ ਅਪਲਾਈ ਹੋਣ ਤੋਂ ਰੋਕ ਸਕਦਾ, ਵੀ ਲੋੜ ਨਹੀਂ ਇੱਥੇ ਬਣਾਉਣ ਦੀ, ਠੀਕ ਹੈ ਜੀ। ਆਹ ਸੀ ਅੱਜ ਦਾ ਟੌਪਿਕ। ਆਪਾਂ ਹੁਣ ਦੁਬਾਰਾ ਇੱਕ ਵਾਰੀ ਚੱਲੀਏ, ਜਿਹੜੇ ਟੌਪਿਕ ਆਪਾਂ ਕਵਰ ਕੀਤੇ। ਇਲੈਕਸ਼ਨ ਕਮਿਸ਼ਨ ਕੋਆਪਰੇਟਿਵ। ਹੁਣ ਦੇਖੋ ਆਪਾਂ ਐਂ ਕਰਦੇ ਹਾਂ, ਕਿਉਂਕਿ ਅਸੀਂ UPSC ਪੜ੍ਹ ਲਿਆ, ਇਲੈਕਸ਼ਨ ਕਮਿਸ਼ਨ ਪੜ੍ਹ ਲਿਆ। ਜੇ ਇਲੈਕਸ਼ਨ ਕਮਿਸ਼ਨ ਪੜ੍ਹ ਲਿਆ ਤਾਂ ਸਟੇਟਾਂ ਦੇ ਇਲੈਕਸ਼ਨ ਕਮਿਸ਼ਨ ਬਾਰੇ ਵੀ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਉਹ ਤਾਂ ਆਪਾਂ ਪੜ੍ਹਾ ਹੀ ਚੁੱਕਿਆ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਦੇ ਵਿੱਚ। ਯੈਸ।
मतलब ਅਸੀਂ ਪੜ੍ਹਿਆ ਸੀ ਨਾ ਸਟੇਟ ਇਲੈਕਸ਼ਨ ਕਮਿਸ਼ਨ ਦੀ ਬਸ ਜਿਵੇਂ ਇਹ 'ਚ 6 ਸਾਲ 65 ਸਾਲ ਸੀ ਉਹ 'ਚ 6 ਸਾਲ 62 ਸਾਲ ਹੈ ਅਤੇ ਜਿਵੇਂ ਜਿਵੇਂ ਇੱਥੇ ਸਾਰਾ ਕੰਮ ਰਾਸ਼ਟਰਪਤੀ ਦੇਖਦਾ ਸੀ ਉੱਥੇ ਕੌਣ ਦੇਖੂਗਾ ਰਾਜਪਾਲ ਗਵਰਨਰ ਸੇਮ ਹੈ ਬਾਕੀ ਕੋਈ ਫਰਕ ਨਹੀਂ ਹੈਗਾ ਠੀਕ ਹੈ ਜੀ ਬਸ ਉਹ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੈ ਉਹ ਤਾਂ ਜੀ ਪੰਚਾਇਤਾਂ ਦੇ ਜਾਂ ਮਿਊਨਿਸਪੈਲਿਟੀਆਂ ਦੇ ਇਲੈਕਸ਼ਨ ਹੀ ਕਰਾਉਂਦਾ ਜੀ ਸਟੇਟ ਦੀ ਇਲੈਕਸ਼ਨ ਕਮਿਸ਼ਨ ਨੂੰ ਗਵਰਨਰ ਨਹੀਂ ਹਟਾ ਸਕਦੇ ਨਾ ਨਾ ਇਹ ਗੱਲ ਆਪਾਂ ਪਹਿਲਾਂ ਦੱਸੀ ਸੀ ਤੁਹਾਨੂੰ ਅਪਾਇੰਟ ਇਹਨੂੰ ਗਵਰਨਰ ਕਰਦਾ ਪਰ ਜੇ ਹਟਾਉਣਾ ਤਾਂ ਰਾਸ਼ਟਰਪਤੀ ਹਟਾਊਗਾ ਉਹ ਗੱਲਾਂ ਦੀ ਕਲੈਰਿਟੀ ਰੱਖੋ ਪਿਛਲੇ 'ਚ ਨਾ ਭੁੱਲੋ ਇੱਥੇ ਹੀ ਕੰਮ ਅੜਦਾ ਜੀ ਠੀਕ ਹੈ ਜੀ ਚਲੋ ਇਹ ਕਲੀਅਰ ਹੋ ਗਿਆ ਹੁਣ UPSC ਤਾਂ ਆਪਾਂ ਪੜ੍ਹ ਲਿਆ ਹੁਣ ਆਪਾਂ SPSC ਬਾਰੇ ਗੱਲ ਕਰ ਲਈਏ ਸਟੇਟ ਪਬਲਿਕ ਸਰਵਿਸ ਕਮਿਸ਼ਨ ਦੀ ਦੇਖੋ ਗੱਲ ਇੱਦਾਂ ਹੈਗੀ ਹੈ ਸਟੇਟਾਂ 'ਚ ਵੀ ਆਪਣੀ ਸਟੇਟ ਪਬਲਿਕ ਸਰਵਿਸ ਕਮਿਸ਼ਨ ਹੁੰਦੀ ਹੈ ਇਹਨਾਂ ਦਾ ਵੀ ਆਪਣਾ ਚੇਅਰਮੈਨ ਹੁੰਦਾ ਹੈ ਅਤੇ ਇਹਨਾਂ ਦੇ ਆਪਣੇ ਮੈਂਬਰ ਹੁੰਦੇ ਨੇ ਇਹਨਾਂ ਨੂੰ ਵੀ ਕੌਣ ਹਟਾਊਗਾ ਰਾਸ਼ਟਰਪਤੀ ਹਟਾਊਗਾ ਠੀਕ ਹੈ ਨਾ ਜੀ ਅਪਾਇੰਟ ਤਾਂ ਗਵਰਨਰ ਕਰੂਗਾ ਇਹਨਾਂ ਨੂੰ ਹਟਾਊਗਾ ਰਾਸ਼ਟਰਪਤੀ ਜਿਵੇਂ ਇਹ 'ਚ 6 ਸਾਲ 65 ਸਾਲ ਸੀ UPSC 'ਚ ਇਹ 'ਚ 6 ਸਾਲ 62 ਸਾਲ ਹੈ ਠੀਕ ਹੈ ਨਾ ਜੀ ਸੋ ਕਹਿਣ ਦਾ ਭਾਵ ਸਿਮਿਲਰ ਚੀਜ਼ਾਂ ਨੇ ਬਸ ਇੱਕ ਗੱਲ ਦਾ ਧਿਆਨ ਰੱਖਿਓ ਉਹ ਇਹ ਗੱਲ ਹੈ ਕਿ ਸਟੇਟ ਪਬਲਿਕ ਸਰਵਿਸ ਕਮਿਸ਼ਨ ਨੇ ਜਿਹੜੀਆਂ ਅੱਛਾ ਉਹ ਜੁਆਇੰਟ ਪਬਲਿਕ ਸਰਵਿਸ ਕਮਿਸ਼ਨ ਵੀ ਹੋ ਸਕਦੀ ਹੈ ਦੋ ਸਟੇਟਾਂ ਦੀ ਸਾਂਝੀ ਪਬਲਿਕ ਸਰਵਿਸ ਕਮਿਸ਼ਨ ਵੀ ਹੋ ਸਕਦੀ ਹੈ ਪਰ ਸਾਡੇ ਸੰਵਿਧਾਨ ਦੇ ਵਿੱਚ ਇਹ ਲਿਖਿਆ ਹੋਇਆ ਹੈ ਵੀ ਜੇ ਜੁਆਇੰਟ ਪਬਲਿਕ ਸਰਵਿਸ ਕਮਿਸ਼ਨ ਬਣਾਉਣੀ ਹੈ ਤਾਂ ਤੁਹਾਨੂੰ ਪਾਰਲੀਮੈਂਟ 'ਚ ਇੱਕ ਐਕਟ ਪਾਸ ਕਰਨਾ ਪਊਗਾ ਅਤੇ ਫਿਰ ਉਹਦੇ ਨਾਲ ਹੀ ਉਹ ਬਣੂਗੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਇੱਕ ਸੰਵਿਧਾਨਿਕ ਅਦਾਰਾ ਸਟੇਟ ਪਬਲਿਕ ਸਰਵਿਸ ਕਮਿਸ਼ਨ ਇੱਕ ਸੰਵਿਧਾਨਿਕ ਅਦਾਰਾ ਪਾਰਟ 6 'ਚ ਤੁਹਾਨੂੰ ਮਿਲੂਗਾ ਸਟੇਟ ਪਬਲਿਕ ਸਰਵਿਸ ਕਮਿਸ਼ਨ ਬਾਰੇ ਪਾਰਟ 6 'ਚ ਠੀਕ ਹੈ ਪਰ ਜੁਆਇੰਟ ਪਬਲਿਕ ਸਰਵਿਸ ਕਮਿਸ਼ਨ ਇੱਕ ਸੰਵਿਧਾਨਿਕ ਅਦਾਰਾ ਨਹੀਂ ਹੈ ਇਹ ਇੱਕ ਕਾਨੂੰਨੀ ਅਦਾਰਾ ਹੋਊਗਾ ਜੇ ਬਣਾਉਣਾ ਪੈ ਗਿਆ ਤਾਂ ਬਣਾ ਸਕਦੇ ਹੋ ਪਹਿਲਾਂ ਪੰਜਾਬ ਤੇ ਹਰਿਆਣੇ ਦੀ ਥੋੜੇ ਸਮੇਂ ਲਈ ਜੁਆਇੰਟ ਪਬਲਿਕ ਸਰਵਿਸ ਕਮਿਸ਼ਨ ਬਣੀ ਸੀ ਜਦੋਂ 1966 'ਚ ਪੰਜਾਬ ਤੋਂ ਹਰਿਆਣਾ ਅਲੱਗ ਹੋਇਆ ਸੀ ਠੀਕ ਹੈ ਜੀ ਹੁਣ ਦਾ ਇਹ 'ਚ ਵੀ ਇਹੀ ਸਿਸਟਮ ਹੈ ਅੱਛਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਆਪਾਂ ਪੜ੍ਹਿਆ ਇਲੈਕਸ਼ਨ ਕਮਿਸ਼ਨ ਇਹ ਆਪਣੀ ਰਿਪੋਰਟ ਕਿਹਨੂੰ ਦਊਗਾ ਰਾਸ਼ਟਰਪਤੀ ਨੂੰ ਇਹ ਗੱਲ ਨੋਟ ਕਰ ਲਿਓ ਬਾਈ ਇਹ ਗੱਲ ਨੋਟ ਕਰ ਲਿਓ ਤੇ ਰਾਸ਼ਟਰਪਤੀ ਕਿੱਥੇ ਰੱਖੂਗਾ ਪਾਰਲੀਮੈਂਟ ਦੇ ਵਿੱਚ ਠੀਕ ਹੈ ਜੀ ਇਹ ਆਪਣੀ ਰਿਪੋਰਟ ਕਿਹਨੂੰ ਦਊਗਾ ਰਾਸ਼ਟਰਪਤੀ ਨੂੰ ਪਾਰਲੀਮੈਂਟ ਫਾਈਨਾਂਸ ਕਮਿਸ਼ਨ ਵੀ ਆਪਣੀ ਰਿਪੋਰਟ ਰਾਸ਼ਟਰਪਤੀ ਨੂੰ ਦਿੰਦਾ ਹੈ ਰਾਸ਼ਟਰਪਤੀ ਸੰਸਦ 'ਚ ਰੱਖਦਾ ਹੈ ਫਾਈਨਾਂਸ ਕਮਿਸ਼ਨ ਬਾਰੇ ਪੜ੍ਹਾ ਚੁੱਕੇ ਹਾਂ ਤੁਹਾਨੂੰ ਆਪਾਂ ਪੜ੍ਹਿਆ ਸੀ ਜਦੋਂ ਆਪਾਂ ਸੈਂਟਰ ਤੇ ਸਟੇਟ ਦੇ ਰਿਲੇਸ਼ਨ ਪੜ੍ਹੇ ਸੀ ਉਦੋਂ ਪੜ੍ਹਿਆ ਸੀ ਇਹਦੇ ਬਾਰੇ ਤੇ ਦੇਖੋ ਸੁਣੋ ਇਹਨੂੰ ਮਿਕਸ ਨਾ ਕਰਿਓ ਸਟੇਟ ਪਬਲਿਕ ਸਰਵਿਸ ਕਮਿਸ਼ਨ ਜਿਹੜੀ ਉਹ ਆਪਣੀ ਰਿਪੋਰਟ ਗਵਰਨਰ ਨੂੰ ਦਊਗੀ ਗਵਰਨਰ ਵਿਧਾਨ ਸਭਾ 'ਚ ਰੱਖੂਗਾ ਠੀਕ ਹੈ ਨਾ ਜੁਆਇੰਟ ਪਬਲਿਕ ਸਰਵਿਸ ਕਮਿਸ਼ਨ ਹੈ ਜਿਹੜਾ ਇਹ ਆਪਣੀ ਰਿਪੋਰਟ ਦੋਨਾਂ ਗਵਰਨਰਾਂ ਨੂੰ ਦਿੰਦਾ ਅਤੇ ਫਿਰ ਉਹ ਆਪਣੀ ਆਪਣੀ ਵਿਧਾਨ ਸਭਾ 'ਚ ਰੱਖਦੇ ਨੇ ਗੱਲ ਸਮਝ ਆਈ ਬਸ ਆਹ ਚੀਜ਼ ਹੈ ਸੋ ਇਹ ਹੈਗਾ ਸੀ ਬਾਕੀ ਅਦਾਰੇ ਆਪਾਂ ਕੱਲ੍ਹ ਨੂੰ ਪੜ੍ਹਾਂਗੇ ਮੈਂ ਇਸ ਕਰਕੇ ਅੱਜ ਇੱਕੋ ਦਮ ਸਾਰੇ ਨਹੀਂ ਪੜ੍ਹਾਇਆ ਮੈਂ ਕਿਹਾ ਹਬੜਾ ਦਾ ਬੜੀ ਹੋ ਜੂਗੀ ਯਾਦ ਰਹਿਣਾ ਤੁਹਾਨੂੰ ਠੀਕ ਹੈ ਬਾਕੀ ਪਿਛਲੀਆਂ ਗੱਲਾਂ ਵੀ ਨਾਲ ਨਾਲ ਰਿਵਾਈਜ਼ ਕਰਦੇ ਰਹੋ ਨਾ ਬਾਕੀ ਜਿਹੜੀਆਂ ਚੀਜ਼ਾਂ ਆਪ ਵੀ ਤੁਸੀਂ ਦੇਖੋ ਹੁਣ ਥੋੜ੍ਹਾ ਥੋੜ੍ਹਾ ਆਪ ਐਡੀਸ਼ਨ ਕਰਿਆ ਕਰੋ ਚੀਜ਼ਾਂ ਦਾ ਠੀਕ ਹੈ ਜੀ ਐਨੀ ਅਦਰ ਡਾਊਟ